ਸਤਿ ਸ਼੍ਰੀ ਅਕਾਲ। ਖਬਰਾਂ ਦਾ ਸਿਰਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਖਬਰਾਂ ਦਾ ਸਿਰਾ ਪ੍ਰੋਗਰਾਮ ਸਾਡਾ ਲਾਈਵ ਪ੍ਰੋਗਰਾਮ ਹੈ। ਇਸ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਵੱਖ-ਵੱਖ ਮੁੱਦਿਆਂ ਦੇ ਉੱਤੇ, ਚਾਹੇ ਉਹ ਸਿਆਸੀ ਹੋਣ, ਸਮਾਜਿਕ ਹੋਣ ਜਾਂ ਫਿਰ ਧਾਰਮਿਕ। ਵੱਖ-ਵੱਖ ਖਬਰਾਂ ਦੇ ਉੱਤੇ ਵੀ ਚਰਚਾ ਕੀਤੀ ਜਾਂਦੀ ਹੈ ਕਿ ਉਹਨਾਂ ਖਬਰਾਂ ਦੀ ਪਿਛਲੀ ਪ੍ਰਿਸ਼ਠ ਭੂਮੀ ਕੀ ਸੀ ਤੇ ਭਵਿੱਖ ਦੇ ਵਿੱਚ ਉਹਨਾਂ ਖਬਰਾਂ ਦਾ ਕੀ ਅਸਰ ਪਵੇਗਾ, ਸਾਡੇ ਸਮਾਜ ਦੇ ਉੱਤੇ ਕੀ ਅਸਰ ਪਵੇਗਾ, ਰਾਜਨੀਤੀ ਦੇ ਉੱਤੇ ਕੀ ਅਸਰ ਪਵੇਗਾ ਤੇ ਧਾਰਮਿਕ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਕੀ ਅਸਰ ਪਵੇਗਾ। ਇਸ ਚਰਚਾ ਦੇ ਵਿੱਚ ਉਚੇਚੇ ਤੌਰ 'ਤੇ ਸਾਡੇ ਨਾਲ ਰੋਜ਼ਾਨਾ ਸ਼ਾਮਲ ਹੁੰਦੇ ਨੇ ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਜੀ। ਅਕੀਦਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ ਧਰਮਿੰਦਰ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਸਾਰੇ ਹੀ ਦਰਸ਼ਕਾਂ ਦਾ ਜੀ, ਬਹੁਤ ਧੰਨਵਾਦ। ਅਕੀਦਾ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਇੱਕ ਵਾਰ ਫਿਰ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਲਾਈਵ ਪ੍ਰੋਗਰਾਮ ਹੈ, ਇਸ ਦੇ ਵਿੱਚ ਦਰਸ਼ਕ ਫੋਨ ਵੀ ਕਰ ਸਕਦੇ ਨੇ, ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਨੇ। ਸਾਡਾ ਸਟੂਡੀਓ ਦਾ ਨੰਬਰ ਹੈ 0175 5156। ਇਸ ਦੇ ਉੱਤੇ ਕਾਲ ਕਰਕੇ ਦਰਸ਼ਕ ਆਪਣੇ ਵਿਚਾਰ ਸਾਂਝੇ ਕਰ ਸਕਦੇ ਨੇ, ਸਾਡੇ ਨਾਲ ਸਿੱਧੇ ਤੌਰ 'ਤੇ ਸਟੂਡੀਓ ਦੇ ਵਿੱਚ ਜੁੜ ਸਕਦੇ ਨੇ। ਗੱਲ ਕੀਤੀ ਜਾਵੇ ਜਿਹੜਾ ਅੱਜ ਦਾ ਅਹਿਮ ਮੁੱਦਾ ਹੈ ਉਸ ਦੀ, ਤਾਂ ਕਿਸਾਨੀ ਸੰਘਰਸ਼ ਨੂੰ ਲੈ ਕੇ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਵਿੱਢਿਆ ਗਿਆ ਸੀ, ਉਸ ਦੇ ਵਿੱਚ ਇੱਕ ਨਵਾਂ ਮੋੜ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ। 29 ਕਿਸਾਨ ਜਥੇਬੰਦੀਆਂ ਵੱਲੋਂ ਰੇਲ ਪਟੜੀਆਂ ਤੋਂ ਆਪਣੇ ਧਰਨੇ ਚੁੱਕ ਲਏ ਗਏ ਨੇ ਤੇ ਉਹਨਾਂ ਨੂੰ ਰੇਲਵੇ ਸਟੇਸ਼ਨਾਂ ਦੇ ਉੱਤੇ ਜਾ ਕੇ ਤਬਦੀਲ ਕੀਤਾ ਗਿਆ ਹੈ ਤਾਂ ਜੋ ਉਹਨਾਂ ਦਾ ਸੰਘਰਸ਼ ਜਾਰੀ ਰਹੇ। ਤੇ ਦੂਜੇ ਪਾਸੇ ਇੱਕ ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਕਮੇਟੀ ਹੈ, ਉਸ ਵੱਲੋਂ ਅੰਮ੍ਰਿਤਸਰ ਦੇ ਵਿੱਚ ਰੇਲਵੇ ਟਰੈਕਾਂ ਦੇ ਉੱਤੇ ਅਜੇ ਵੀ ਧਰਨਾ ਜਾਰੀ ਹੈ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਅਲੱਗ ਹੀ ਧਰਨਾ ਲਾਵਾਂਗੇ, ਕਿਉਂਕਿ ਉਹ ਮੀਟਿੰਗ ਦੇ ਵਿੱਚ ਵੀ ਸ਼ਾਮਲ ਨਹੀਂ ਹੋਏ ਸਨ। ਦੇਵੀਦਾਸਪੁਰਾ ਦੇ ਵਿੱਚ ਜਿਹੜਾ ਧਰਨਾ ਉਹਨਾਂ ਦਾ ਜਾਰੀ ਹੈ। ਹਾਂ ਧਰਮਿੰਦਰ ਜੀ, ਜਿਹੜਾ ਇਹ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੀ ਗੱਲ ਮੰਨ ਕੇ ਜੀ ਜਿਹੜੇ ਮਾਲ ਗੱਡੀਆਂ ਨੂੰ ਜਾਹਮ ਆਪਣਾ ਚੱਲਣ ਵਾਸਤੇ ਕਿਹਾ ਨਾ ਜੀ, ਉਹ ਖੋਲ੍ਹੇ ਨੇ ਟਰੈਕ। ਇਹਦੇ ਨਾਲ ਇੱਕ ਤਾਂ ਇਹ ਗੱਲ ਹੋ ਗਈ ਵੀ ਪੰਜਾਬ ਸਰਕਾਰ ਦੇ ਨਾਲ ਇਹਨਾਂ ਦਾ ਜਿਹੜਾ ਆਪਣੀ ਮਿਲਵਰਤਨ ਹੈਗਾ ਉਹ ਵੀ ਇੱਕ ਤਰ੍ਹਾਂ ਦਰੁਸਤ ਹੋਇਆ ਲੱਗਦਾ ਮੈਨੂੰ, ਵੀ ਦਰੁਸਤ ਹੋਏਗਾ ਜੇ ਪੰਜਾਬ ਸਰਕਾਰ ਨੇ ਇਹਨਾਂ ਦੇ ਪੱਖ ਵਿੱਚ ਬਿੱਲ ਲੈ ਕੇ ਆਉਂਦੇ ਆ ਨਾ। ਇਹਦਾ ਮਤਲਬ ਕਿਸਾਨ ਵੀ ਇਸ ਗੱਲ ਦਾ ਕਹਿ ਰਹੇ ਨੇ ਵੀ ਅਸੀਂ ਵੀ ਤੁਹਾਡੇ ਨਾਲ ਹੈਗੇ ਹਾਂ, ਸਰਕਾਰ ਦੇ ਨਾਲ ਹੈ ਜੀ। ਉਹਨਾਂ ਨੂੰ ਲੱਗ ਰਿਹਾ ਵੀ ਪੰਜਾਬ ਦੇ ਵਿੱਚ ਬਿਜਲੀ ਨਾ ਕਿਤੇ ਬੰਦ ਹੋ ਜਾਵੇ। ਕਿਸਾਨ ਨੇ ਕਣਕ ਬੀਜਣੀ ਆ, ਉਹਦੇ ਵਾਸਤੇ DAP ਲੈ ਕੇ ਆਉਣਾ ਜੀ, ਖਾਦ ਲੈ ਕੇ ਆਉਣਾ, ਤੇ ਉਹ ਵੀ ਕਹਿੰਦੇ ਟ੍ਰੇਨ ਰਾਹੀਂ ਆਉਂਦਾ। ਤੇ ਇਸ ਕਰਕੇ ਕਿਸਾਨਾਂ ਨੇ ਵੀ ਮੰਨ ਲਈ ਆ ਗੱਲ। ਇਹ ਅੱਛੀ ਗੱਲ ਹੈਗੀ ਆ, ਆਪਾਂ ਚੰਗੇ ਪੱਖ ਵੱਲ ਜਾਵਾਂਗੇ। ਬਿਲਕੁਲ। ਕਿਸਾਨ ਮਜ਼ਦੂਰ ਜਿਹੜੀ ਯੂਨੀਅਨ ਹੈਗੀ ਆ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੱਸਿਆ ਜਾਰੀ ਹੈਗੇ ਨੇ, ਤੇ ਉਹਨਾਂ ਦਾ ਆਪਣਾ ਇੱਕ ਵੱਖਰਾ ਕਨਸੈਪਟ ਹੈਗਾ, ਲੈ ਕੇ ਤੁਰੇ ਹੋਏ ਨੇ ਉਹ। ਖੈਰ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਉਹ ਗਲਤ ਨੇ ਜਾਂ ਉਹ ਠੀਕ ਨੇ, ਦੋਵੇਂ ਧਿਰਾਂ ਆਪੋ ਆਪਣੇ ਤਰੀਕੇ ਨਾਲ ਸੰਘਰਸ਼ ਕਰਨ ਲੱਗੀਆਂ ਹੋਈਆਂ ਨੇ। ਉਹਨਾਂ ਨੂੰ ਇੰਝ ਲੱਗ ਰਿਹਾ ਕਿ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਜੇ। ਪੰਜਾਬ ਦੇ ਵਿੱਚ ਜੋ ਵਿਧਾਨ ਸਭਾ 'ਚ ਬਿੱਲ ਪਾਸ ਕੀਤੇ ਗਏ ਆ, ਉਹਨਾਂ ਬਿੱਲਾਂ ਦੇ ਵਿੱਚ ਕਿਸਾਨੀ ਦਾ ਕੋਈ ਫਾਇਦਾ ਨਹੀਂ ਕੀਤਾ ਗਿਆ, ਕੋਈ ਉਹਦੇ ਵਿੱਚ ਲਾਭ ਨਹੀਂ ਹੈਗਾ। ਸਗੋਂ ਮੋਦੀ ਜਿਹੜਾ ਨਰਿੰਦਰ ਮੋਦੀ ਹੈਗਾ ਉਸ ਵੱਲੋਂ ਪਾਸ ਕੀਤੇ ਹੋਏ ਬਿੱਲ ਜਿਉਂ ਤਿਉਂ ਰਹਿਣ ਦਿੱਤੇ ਗਏ ਆ, ਜਿਉਂ ਤਿਉਂ ਰਹਿਣਗੇ ਵੀ। ਵਿਧਾਨ ਸਭਾ ਨੂੰ ਕੋਈ ਅਧਿਕਾਰ ਨਹੀਂ ਹੈਗਾ ਕਹਿੰਦੇ ਕਿ ਉਹ ਇਹੋ ਜਿਹੇ ਬਿੱਲਾਂ ਨੂੰ ਰੱਦ ਕਰ ਸਕੇ, ਉਹਦਾ ਪ੍ਰਭਾਵ ਖਤਮ ਕਰ ਸਕੇ। ਪ੍ਰਭਾਵ ਖਤਮ ਨਹੀਂ ਕਰ ਸਕਦੀ ਵਿਧਾਨ ਸਭਾ। ਹਾਂ ਇੱਕ ਗੱਲ ਹੈ ਵੀ ਉਹਦੀ ਵਿਰੋਧਤਾ ਵਿੱਚ ਇੱਕ ਵੱਡਾ ਉਹਨਾਂ ਨੇ ਡੈਂਟ ਜ਼ਰੂਰ ਪਾਇਆ ਪੰਜਾਬ ਸਰਕਾਰ ਨੇ। ਕਿਸਾਨ ਮਜ਼ਦੂਰ ਏਕਤਾ ਜਿਹੜੀ ਹੈਗੀ ਆ ਜਥੇਬੰਦੀ, ਮੈਂ ਇਸ ਜਥੇਬੰਦੀ ਨੂੰ ਇਹਦਾ ਨਾਂ ਸੁਣ ਕੇ ਤਾਂ ਮੈਨੂੰ ਲੱਗਦਾ ਵੀ ਅੱਛੀ ਜਥੇਬੰਦੀ ਹੋਏਗੀ, ਕੋਈ ਕਿਸਾਨ ਮਜ਼ਦੂਰ ਦੀ ਏਕਤਾ ਦਸਾਈ ਗਈ ਆ, ਚੰਗੀ ਜਥੇਬੰਦੀ ਹੋਏਗੀ। ਬਾਕੀ 29 ਜਥੇਬੰਦੀਆਂ ਇੱਕ ਪਾਸੇ ਨੇ, ਜਿਨ੍ਹਾਂ ਵਿੱਚ 4-5 ਜਥੇਬੰਦੀਆਂ ਬਹੁਤ ਵੱਡੀਆਂ ਨੇ ਧਰਮਿੰਦਰ ਜੀ। 4-5 ਜਥੇਬੰਦੀਆਂ ਉਗਰਾਹਾਂ ਵਰਗੀਆਂ ਜਥੇਬੰਦੀਆਂ, ਤਾਂ ਰਾਜੇਵਾਲ ਜਥੇਬੰਦੀ ਬਹੁਤ ਵੱਡੀ ਆ ਉਹ। ਜੇ ਕੁਛ ਜਥੇਬੰਦੀਆਂ ਮਤਲਬ ਕਿ ਇਹੋ ਜਿਹੀਆਂ ਨੇ ਘੱਟ ਨੇ, ਕੋਈ 8-9 ਜਥੇਬੰਦੀਆਂ ਦਾ ਬਹੁਤ ਹੀ ਵਜੂਦ ਘੱਟ ਆ ਉਹਨਾਂ ਦਾ, ਫਿਰ ਵੀ 29 ਨੇ, ਇਕੱਠੀਆਂ ਨੇ ਸਾਰੀਆਂ। ਚਲੋ ਠੀਕ ਆ, ਲੱਖੋਵਾਲ ਸਾਹਿਬ ਦੀ ਜਥੇਬੰਦੀ ਇੱਕ ਪਾਸੇ ਰਹਿ ਗਈ। ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜਾ ਕਿ ਟਰੈਕ ਤੋਂ ਉੱਠ ਕੇ ਸਟੇਸ਼ਨਾਂ ਉੱਪਰ ਆ ਗਏ ਆ, ਉਹ ਸਟੇਸ਼ਨਾਂ 'ਤੇ ਆ ਕੇ ਕਹਿ ਦਿੱਤਾ ਮਾਲ ਗੱਡੀਆਂ ਤਾਂ ਤੁਰਨਗੀਆਂ ਪਰ ਪੈਸੇਂਜਰ ਨਹੀਂ ਅਸੀਂ ਜਾਣ ਦਿਆਂਗੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਜੇ ਇਸ ਤਰ੍ਹਾਂ ਦਾ ਕੋਈ ਕੇਂਦਰ ਸਰਕਾਰ ਨਾਲ ਢਿੱਲ ਵਰਤੀ ਜਾਵੇ ਜੀ। ਇਹ ਤਾਂ ਇੱਕ ਪਾਸੇ ਗੱਲ ਹੋ ਗਈ। ਦੂਜੇ ਪਾਸੇ ਗੱਲ ਧਰਮਿੰਦਰ ਇਹ ਲੱਗਦੀ ਹੈ ਮੈਨੂੰ ਕਿ ਜਿਹੜਾ ਮੋਦੀ ਸਰਕਾਰ ਹੈਗੀ ਆ, ਉਹ ਇਸ ਮੁੱਦੇ ਤੇ ਟਸ ਤੋਂ ਮਸ ਨਹੀਂ ਹੋ ਰਹੀ। ਜਿੱਥੇ ਖੜੀ ਆ ਉੱਥੇ ਹੀ ਖੜੀ ਆ ਉਹ। ਬਿਲਕੁਲ। ਉਹ ਪੰਜਾਬ ਦੇ ਵਿੱਚ ਸਗੋਂ ਹੋਰ ਤਰ੍ਹਾਂ ਦੀ ਅੱਗ ਲਾਉਣਾ ਚਾਹੁੰਦੀ ਆ, ਪੰਜਾਬ ਦੇ ਵਿੱਚ ਹੋਰ ਤਰ੍ਹਾਂ ਦਾ ਪੱਖ ਲੈ ਕੇ ਆਉਣਾ ਚਾਹੁੰਦੀ ਆ। ਜਿੱਦਾਂ ਤੁਸੀਂ ਹੁਣ ਦੇਖ ਲਓ ਬਈ, ਇੱਕ ਪਾਸੇ ਦਾ ਕਿਸਾਨ ਫਿਰਦੇ ਹੈਗੇ ਆ ਸੜਕਾਂ ਉੱਤੇ, ਟਰੈਕ ਤੇ ਫਿਰਦੇ ਆ, ਬੜਾ ਵੱਡਾ ਮੁੱਦਾ ਲਈ ਫਿਰਦੇ ਆ। ਦੂਜੇ ਪਾਸੇ ਉਹਨਾਂ ਨੂੰ ਇੱਕ ਹੋਰ ਮੁੱਦਾ ਲੱਭ ਗਿਆ ਦਲਿਤਾਂ ਵਾਲਾ। ਉਹ ਜਲੰਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਦਲਿਤਾਂ ਦੇ ਨਾਂ ਤੇ ਦਲਿਤ ਖਾਨੇ ਕੀ ਮਾਰਚ ਸ਼ੁਰੂ ਕੀਤਾ ਉਹਨਾਂ ਨੇ, ਦਲਿਤ ਇਨਸਾਫ ਯਾਤਰਾ ਉਹ ਸ਼ੁਰੂ ਕੀਤੀ ਉਹਨਾਂ ਨੇ।
ਤੇ ਉਹ ਉੱਥੇ ਨਵਾਂ ਸ਼ਹਿਰ ਆ ਕੇ ਘੇਰ ਲਈ ਕਿਸਾਨਾਂ ਨੇ। ਨਵਾਂ ਸ਼ਹਿਰ ਡਾਕਟਰ ਅੰਬੇਦਕਰ ਦਾ ਬੁੱਤ ਲੱਗਿਆ ਸੀਗਾ, ਬੁੱਤ ਦੇ ਉੱਪਰ ਹਾਰ ਪਾਉਣ ਲੱਗੇ ਜਦੋਂ ਉੱਥੇ ਕਿਸਾਨਾਂ ਜਥੇਬੰਦੀਆਂ ਨੇ, ਮਜ਼ਦੂਰਾਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਰੋਕਿਆ, ਆਖੇ ਤੁਸੀਂ ਹਾਰ ਨਹੀਂ ਪਾ ਸਕਦੇ ਕਿਉਂਕਿ ਤੁਸੀਂ ਹੀ ਤਾਂ ਹੋ ਜਿਹੜੇ ਕਿ ਸੰਵਿਧਾਨ ਜਿਹੜਾ ਡਾਕਟਰ ਅੰਬੇਦਕਰ ਨੇ ਬਣਾਇਆ ਸੰਵਿਧਾਨ ਉਹਨੂੰ ਖਤਮ ਕਰਨ ਲੱਗੇ ਹੋਏ ਹੋ। ਤੇ ਰਾਜਕੁਮਾਰ ਅੰਬੇਦਕਰ ਨੇ ਵੀ ਕਿਹਾ ਗੱਲ ਕਿ ਜਿਹੜਾ ਤੁਸੀਂ ਜਿਹੜਾ ਇਹ ਕਰ ਰਹੇ ਆ ਨਾ ਹੁਣ ਦਲਿਤਾਂ ਵਾਲਾ ਜੋ ਇਸ਼ੂ ਲੈ ਕੇ ਤੁਰ ਰਹੇ ਆ, ਸਗੋਂ ਦਲਿਤ ਤਾਂ ਹੁਣ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੇ ਖਿਲਾਫ ਇੱਕ ਪ੍ਰੋਟੈਸਟ ਮਾਰਚ ਕਰਨਗੇ ਬੀਜੇਪੀ ਦੇ ਖਿਲਾਫ, ਕਿਉਂਕਿ ਬੀਜੇਪੀ ਜੋ ਦਲਿਤਾਂ ਨੂੰ ਖਤਮ ਕਰਨ ਲੱਗੀ ਹੋਈ ਆ। ਚਲੋ ਇਹ ਦਲਿਤਾਂ ਦਾ ਮੁੱਦਾ ਬੀਜੇਪੀ ਦੇ ਨਾਲ, ਤੇ ਇਸ ਤਰ੍ਹਾਂ ਬੀਜੇਪੀ ਆਪਣਾ ਜਿਹੜਾ ਕਿ ਉੱਥੇ ਨਾ ਜਿਉਂਦਾ ਰੱਖਣ ਵਾਸਤੇ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਇਹੋ ਜਿਹੇ ਮੁੱਦੇ ਚੱਕ ਕੇ ਆਪਣਾ ਕੰਮ ਕਰਨ ਲੱਗੀ ਹੋਈ ਆ। ਇਸ ਤੋਂ ਲੱਗ ਰਿਹਾ ਕਿ ਜਿਹੜਾ ਕਿ ਮੋਦੀ ਸਰਕਾਰ ਹੈਗੀ ਆ ਉਹ ਟਸ ਤੋਂ ਮਸ ਹੋਣ ਵਾਲੀ ਅਜੇ ਤੱਕ ਨਹੀਂ ਲੱਗ ਰਹੀ। ਬਿਲਕੁਲ ਕਿਦਾ ਸਾਹਿਬ, ਨਾਲ ਹੀ ਗੱਲ ਕੀਤੀ ਜਾਵੇ ਜਿਹੜੇ ਭਾਜਪਾ ਦੇ ਕੌਮੀ ਪ੍ਰਧਾਨ ਨੇ JP ਨੱਡਾ, ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਉਸ ਦੇ ਪਿੱਛੇ ਕਿਸਾਨ ਨਹੀਂ ਬਲਕਿ ਦਲਾਲ ਨੇ, ਵਿਚੋਲੀਏ ਨੇ। ਇਸ ਬਿਆਨ ਨੂੰ ਲੈ ਕੇ ਵੀ ਜਿਹੜਾ ਪੂਰੀ ਤਰ੍ਹਾਂ ਮਾਹੌਲ ਗਰਮਾਉਂਦਾ ਨਜ਼ਰ ਆ ਰਿਹਾ ਹੈ। ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਭਾਜਪਾ ਦੁਬਾਰਾ ਇੱਕ ਵਾਰ ਫਿਰ ਆਉਂਦੀ ਨਜ਼ਰ ਆ ਰਹੀ ਹੈ। ਹਾਂ, ਨੱਡਾ ਦੇਖੋ ਗੱਲ ਬੜੀ ਕਮਾਲ ਦੀ ਕੀਤੀ ਹੈ ਉਹਨੇ। ਕੱਲ ਜਦੋਂ ਨਾ ਇਹ ਬਿਆਨ ਆਇਆ ਉਹਦਾ, ਮੈਨੂੰ ਲੱਗਿਆ ਵੀ ਇਹ ਕਰਨ ਕੀ ਲੱਗੇ ਹੋਏ ਆ BJP ਵਾਲੇ ਜੀ। ਕਿਸਾਨਾਂ ਦਾ ਐਡਾ ਵੱਡਾ ਰੋਲ ਚੱਲ ਰਿਹਾ ਤੇ ਇੱਕ ਕਿਸਾਨ ਨੂੰ ਕੰਗਣਾ ਰਣੌਤ ਕਹਿੰਦੇ ਆ ਅੱਤਵਾਦੀ ਨੇ ਜੀ, ਇਹ ਖਾੜਕੂ ਹੈਗੇ ਨੇ। ਤੇ ਕੰਗਣਾ ਰਣੌਤ ਬਾਰੇ ਗੱਲ ਉਦੋਂ ਬਿੱਲੀ ਥੈਲੇ ਤੋਂ ਬਾਹਰ ਆਉਂਦਾ ਜਦੋਂ ਫੋਟੋ ਸ਼ੂਟ ਚੱਲਦਾ ਹੈ ਮੱਧ ਪ੍ਰਦੇਸ਼ ਚੋਣਾਂ, ਬਿਹਾਰ ਚੋਣਾਂ ਵਾਸਤੇ ਜੋਗੀ ਦਾ, ਉਦੋਂ ਕੰਗਣਾ ਰਣੌਤ ਉੱਥੇ ਖੜੀ ਬੈਠੀ ਨਜ਼ਰ ਆਉਂਦੀ ਆ ਤੇ ਨਾਲ ਮੋਦੀ ਜੀ ਬੈਠੇ ਨਜ਼ਰ ਆਉਂਦੇ ਆ। ਤੇ ਉਦੋਂ ਸਪਸ਼ਟ ਹੁੰਦਾ ਵੀ ਕੰਗਣਾ ਵੀ ਇਹਨਾਂ ਦੇ ਨਾਲ ਇਕੱਠੀ ਰਲਗੱਡ ਹੋ ਚੁੱਕੀ ਹੈ, BJP ਦੇ ਨਾਲ ਰਲ ਚੁੱਕੀ ਹੈ BJP ਦੇ ਵਿੱਚ, ਉਹ ਵੀ ਅੱਤਵਾਦੀ ਕਹਿੰਦੀ ਆ। ਦੂਜੇ ਪਾਸੇ ਹੁਣ JP ਨੱਡਾ ਦਾ BJP ਦੇ ਪ੍ਰਧਾਨ ਹੀ ਹੈਗੇ ਆ ਜੀ ਧਰਮਿੰਦਰ ਜੀ, ਤੇ ਉਹਨਾਂ ਨੇ ਤਾਂ ਕਿਸਾਨਾਂ ਨੂੰ ਜਿਹੜਾ ਸੰਘਰਸ਼ ਨੂੰ ਵਿਚੋਲੀਏ ਕਹਿ ਦਿੱਤਾ ਜੀ। ਉਹ ਕਹਿੰਦੇ ਵੀ ਇਹ ਤਾਂ ਆੜਤੀ ਦਾ ਸੰਘਰਸ਼ ਹੈਗਾ, ਇਹ ਤਾਂ ਜਿਹੜੇ ਕਿ ਇਹ ਵੱਡੇ ਲੋਕਾਂ ਦਾ ਸੰਘਰਸ਼ ਹੈਗਾ, ਕਿਸਾਨਾਂ ਸੰਘਰਸ਼ ਤਾਂ ਹੈ ਨਹੀਂ, ਕਹਿੰਦੇ ਹੈ ਨਹੀਂ ਇਹ। ਤੇ ਇਹ ਹੁਣ ਮੈਨੂੰ ਲੱਗਦਾ ਨਹੀਂ ਵੀ ਉਹ ਕੀ BJP ਵਾਲੇ ਕਿਸਾਨਾਂ ਨੂੰ ਜਾਣਦੇ ਨਹੀਂ ਹੈਗੇ ਜੀ। ਜੇ ਉਹ ਚਿਹਰੇ ਨੂੰ ਦੇਖਦੇ ਕਿਸਾਨਾਂ ਦੇ, ਕੌਣ ਕਿਸਾਨ ਬੈਠੇ ਨੇ ਟਰੈਕ ਦੇ ਉੱਪਰ, ਉਹ ਨਹੀਂ ਚੰਗਾ ਉਹਨੂੰ ਨਜ਼ਰ ਆਉਂਦਾ ਵੀ ਕਿਸਾਨਾਂ ਦਾ ਇਕੱਠ ਹੈ, ਕਿਹਦਾ ਇਕੱਠ ਹੈ ਇਹ। ਬਿਲਕੁਲ ਤੁਸੀਂ ਮਤਲਬ ਕਿ ਤੁਹਾਨੂੰ ਪਤਾ ਨਹੀਂ ਵੀ ਆੜਤੀ ਕੌਣ ਹੁੰਦੇ ਆ, ਆੜਤੀਆਂ ਦਾ ਕਿਹੋ ਜਿਹਾ ਰੂਪ ਹੁੰਦਾ, ਆੜਤੀਆਂ ਦੇ ਕਿਹੋ ਜਿਹੇ ਬੰਦੇ ਹੁੰਦੇ ਆ, ਉਹਨੂੰ ਪਤਾ ਨਹੀਂਗਾ। BJP ਇਹ ਵੀ ਨਹੀਂ ਸਮਝ ਸਕੀ। ਜੇ BJP ਇਹ ਵੀ ਨਹੀਂ ਸਮਝ ਸਕੀ ਵੀ ਆੜਤੀ ਕਿਹੋ ਜਿਹੇ ਹੁੰਦੇ ਆ, ਕਿਸਾਨ ਕਿਹੋ ਜਿਹੇ ਹੁੰਦੇ ਆ, ਫਿਰ ਤੁਹਾਨੂੰ ਇਹ ਅਧਿਕਾਰ ਕਿਹਨੇ ਦਿੱਤਾ ਵੀ ਤੁਸੀਂ ਕਿਸਾਨਾਂ ਪ੍ਰਤੀ ਬਿੱਲ ਪਾਸ ਕਰੋ ਜੀ। ਦੇਖੋ ਆੜਤੀ ਦਾ ਇੱਕ ਵੱਖਰਾ ਰੂਪ ਹੁੰਦਾ ਜੀ, ਉਹਨਾਂ ਦਾ ਸੰਘਰਸ਼ ਵੱਖਰਾ, ਉਹਨਾਂ ਨੇ ਕੀਤਾ ਮਾਰਚ ਵੱਖਰੇ ਆੜਤੀਆਂ ਨੇ, ਤੁਸੀਂ ਦੇਖਿਆ ਹੋਣਾ ਇੱਥੇ। ਬਿਲਕੁਲ ਜੀ, ਉਹਨਾਂ ਨੇ ਵੱਖਰਾ ਮਾਰਚ ਕੀਤਾ ਹੈ, ਉਹਨਾਂ ਦਾ ਇੱਕ ਵੱਖਰਾ ਰੂਪ ਹੈਗਾ ਆੜਤੀ ਦਾ। ਤੁਸੀਂ ਜਿਹੜੇ ਹੁਣ ਟਰੈਕ ਤੇ ਬੈਠੇ ਉਹਨੂੰ ਤੁਸੀਂ ਆੜਤੀ ਵਿਚੋਲੀਏ ਕਹਿਤਾ, ਵਿਚੋਲੀਏ ਨੇ, ਕਿਸਾਨ ਤਾਂ ਹੈ ਨਹੀਂ ਉਹ। ਜੇ ਤੁਸੀਂ ਕਿਸਾਨਾਂ ਦਾ ਰੰਗ ਰੂਪ ਨਹੀਂ ਜਾਣਦੇ, ਕਿਸਾਨਾਂ ਦਾ ਜਿਹੜਾ ਕਿ ਚਿਹਰਾ ਮੋਹਰੇ ਨੂੰ ਤੁਸੀਂ ਪਛਾਣਦੇ, ਫਿਰ ਤੁਹਾਨੂੰ ਤਾਂ ਇਹ ਨਹੀਂ ਪਤਾ ਵੀ ਖੇਤੀਬਾੜੀ ਹੁੰਦੀ ਕਿਵੇਂ ਆ। ਤੁਹਾਨੂੰ ਕਿ ਇਹ ਵੀ ਨਹੀਂ ਪਤਾ ਵੀ ਗੰਨੇ ਵਿੱਚ ਆਗ ਦਾ ਗੜੂਆ ਕੀ ਹੁੰਦਾ, ਗੰਨੇ 'ਚ ਫੁੱਟ ਦਾ ਗੜੂਆ ਕੀ ਹੁੰਦਾ, ਤੁਹਾਨੂੰ ਕੀ ਪਤਾ ਕਿ ਕਣਕ ਦੇ ਵਿੱਚ ਤੇਲਾ ਕਿਵੇਂ ਲੱਗਦਾ, ਤੁਹਾਨੂੰ ਕੀ ਪਤਾ ਵੀ ਕਣਕ ਦੇ ਵਿੱਚ ਕਾਂਗਿਆਰੀ ਕੀ ਹੁੰਦੀ ਆ, ਤੁਹਾਨੂੰ ਕੀ ਪਤਾ ਕਿ ਜਿਹੜਾ ਜੀਰੀ ਹੈ, ਜੀਰੀ ਦੇ ਵਿੱਚ ਜਿਹੜਾ ਉਹ ਤੇਲਾ ਹੁੰਦਾ ਕਿਵੇਂ ਲੱਗਦਾ, ਤੁਹਾਨੂੰ ਨਹੀਂ ਪਤਾ ਹੈਗਾ। ਤੁਸੀਂ ਵੀ ਮੂੰਗੀ ਨੂੰ ਕੀ ਲੱਗਦੀ ਹੈ ਬਿਮਾਰੀ, ਸੋਇਆਬੀਨ ਨੂੰ ਕਿਹੜੀ ਬਿਮਾਰੀ ਲੱਗਦੀ ਹੈ, ਤੁਹਾਨੂੰ ਕੀ ਪਤਾ ਬਾਰੇ। ਤੁਸੀਂ ਕਿਸਾਨਾਂ ਪ੍ਰਤੀ ਐਡਾ ਵੱਡਾ ਬਿੱਲ ਪਾਸ ਕਰ ਰਹੇ ਹੋ BJP ਵਾਲਿਓ, ਤੁਹਾਨੂੰ ਇਹ ਤਾਂ ਪਤਾ ਨਹੀਂ ਵੀ ਕਿਸਾਨ ਤੇ ਆੜਤੀਏ ਵਿੱਚ ਕੀ ਫਰਕ ਹੈ। JP ਨੱਡਾ ਦਾ ਇਹ ਬਿਆਨ ਜਿਹੜਾ ਹੈਗਾ ਇਹ ਸਿੱਧੇ ਤੌਰ ਤੇ ਕਿਸਾਨਾਂ ਉੱਤੇ ਅਟੈਕ, ਸੰਘਰਸ਼ ਨੂੰ ਖਤਮ ਕਰਨ ਦੀ ਗੱਲ ਆ। ਇਹ ਪੰਜਾਬ ਦੇ ਲੋਕ ਸਮਝਦੇ ਆ BJP ਨੂੰ, ਇਸ ਕਰਕੇ ਉਹਨਾਂ ਦੇ ਕਿਸੇ ਬਿਆਨ ਉੱਤੇ ਬਹੁਤਾ ਤਵੱਜੋ ਦੇਣ ਵਾਲੇ ਪੰਜਾਬ ਦੇ ਕਿਸਾਨ ਨਹੀਂ ਹੈਗੇ। ਬਿਲਕੁਲ ਕਿੱਦਾਂ ਸਾਹਿਬ, ਜਿਹੜਾ ਸਾਡਾ ਪ੍ਰੋਗਰਾਮ ਹੈ, ਲਾਈਵ ਪ੍ਰੋਗਰਾਮ ਹੈ, ਇਸ ਦੇ ਵਿੱਚ ਦਰਸ਼ਕ ਸਾਡੇ ਨਾਲ ਫੋਨ ਦੇ ਉੱਤੇ ਰਾਬਤਾ ਕਾਇਮ ਕਰ ਸਕਦੇ ਨੇ, ਆਪਣੇ ਮੁੱਦੇ ਸਾਡੇ ਨਾਲ ਸਾਂਝੇ ਕਰ ਸਕਦੇ ਨੇ। ਸਾਡਾ ਜਿਹੜਾ ਸਟੂਡੀਓ ਦਾ ਨੰਬਰ ਉਹ ਹੈ 0175 5156। ਗੱਲ ਕਰ ਰਹੇ ਹਾਂ ਅਸੀਂ ਕਿਸਾਨੀ ਸੰਘਰਸ਼ ਦੀ, ਜਿਸ ਨੂੰ ਲੈ ਕੇ ਕਾਫੀ ਜਿਹੜਾ ਮਾਹੌਲ ਗਰਮਾਇਆ ਹੋਇਆ, ਉਸ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਇਜਲਾਸ ਵੀ ਸੱਦਿਆ ਗਿਆ ਹੈ ਤੇ ਉੱਥੇ ਜਿਹੜੇ ਬਿੱਲ 3 ਪਾਸ ਕੀਤੇ ਗਏ ਨੇ ਕਾਂਗਰਸ ਵੱਲੋਂ, ਤੇ ਉਹਨਾਂ ਨੂੰ ਲੈ ਕੇ ਜਿਹੜੀ ਕਾਂਗਰਸ ਸਰਕਾਰ ਉਹ ਘਿਰਦੀ ਨਜ਼ਰ ਆ ਰਹੀ ਹੈ। ਵਿਰੋਧੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਨੇ। ਸੁਖਬੀਰ ਬਾਦਲ ਦਾ ਕਹਿਣਾ ਹੈ, ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ ਭਾਜਪਾ ਤੇ ਕਾਂਗਰਸ ਆਪਸ ਦੇ ਵਿੱਚ ਰਲੇ ਹੋਏ ਨੇ, ਇੱਕੋ ਨੇ, ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਬਿੱਲ ਪਾਸ ਕੀਤੇ ਨੇ ਵਿਧਾਨ ਸਭਾ 'ਚ, ਉਹ ਗੱਲ ਨੂੰ ਦਰੁਸਤ ਕੀਤਾ ਹੈ ਮੋਦੀ ਦੀ ਨੂੰ। ਨਾਲ ਹੀ ਉਹਨਾਂ ਨੇ ਗੱਲ ਕੀਤੀ ਹੈ ਕਿ ਪੰਜਾਬ ਨੂੰ ਇੱਕ ਸਰਕਾਰੀ ਮੰਡੀ ਐਲਾਨਿਆ ਜਾਵੇ। ਜੇਕਰ ਸਾਡੀ ਸਰਕਾਰ ਆਉਂਦੀ ਹੈ ਅਕਾਲੀ ਦਲ ਦੀ, ਤਾਂ ਅਸੀਂ ਆਉਂਦੇ ਹੀ ਸਰਕਾਰੀ ਮੰਡੀ ਐਲਾਨਾਂਗੇ ਪੰਜਾਬ ਨੂੰ। ਕੀ ਲੱਗਦਾ ਇਸ ਬਿਆਨ ਤੋਂ? ਸੁਖਬੀਰ ਬਾਦਲ ਹੁਣੀ ਜਿਹੜੇ ਇਸ ਤਰ੍ਹਾਂ ਦਾ ਬਿਆਨ ਦੇ ਰਹੇ ਆ ਨਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਸਰਕਾਰ ਦੋਵੇਂ ਇੱਕੋ ਹੀ ਆ ਜੀ,
ਕੇਂਦਰ ਸਰਕਾਰ ਕਹਿੰਦੇ ਭਾਵੇਂ ਕਾਂਗਰਸ ਦੀ ਹੋਵੇ ਭਾਵੇਂ ਬੀਜੇਪੀ ਦੀ ਹੋਵੇ। ਸੁਖਬੀਰ ਬਾਦਲ ਨਾ ਆਪਣੇ ਆਪ ਨੂੰ ਕੱਢ ਕੇ ਨਾ ਬਾਹਰ, ਇਹ ਤੋਂ ਭਾਜਪਾ ਤੋਂ ਬਾਹਰ ਕੱਢ ਕੇ ਆਪਣੇ ਆਪ ਨੂੰ ਜੀ, ਤੇ ਉਹ ਭਾਜਪਾ ਦੇ ਖਿਲਾਫ ਹੁਣ ਹਮਲੇ ਕਰਨ ਲੱਗੇ ਹੋਏ ਆ। ਹਮਲੇ ਕਰ ਰਿਹਾ, ਸ਼ਬਦੀ ਹਮਲੇ ਜੀ। ਤੇ ਬਿੱਲਾਂ ਤੋਂ ਬਾਅਦ ਪਹਿਲੀ ਵਾਰ ਬੋਲੇ ਆ, ਜਿਹੜਾ ਬਿੱਲ ਪਾਸ ਕੀਤੇ ਗਏ ਆ ਉਹਨਾਂ ਤੋਂ ਬਾਅਦ ਪਹਿਲੀ ਵਾਰੀ ਬੋਲੇ ਆ ਉਹ। ਉਹਨਾਂ ਨੇ ਪਹਿਲੀ ਵਾਰੀ ਮੇਰੇ ਖਿਆਲ ਉੱਤੇ ਗਏ ਵੀ ਨਹੀਂ, ਪਹੁੰਚੇ ਵੀ ਮੇਰੇ ਖਿਆਲ ਉੱਤੇ, ਉਹ ਮੇਰੇ ਖਿਆਲ ਚ ਵਿਧਾਨ ਸਭਾ ਦੇ ਮੇਰੇ ਖਿਆਲ ਮੈਂਬਰ ਐਮਐਲਏ ਹੈ ਨਹੀਂ ਉਹ, ਐਮਪੀ, ਹਾਂ ਉਹ ਐਮਪੀ ਨੇ। ਤੇ ਉਹਨਾਂ ਦਾ ਜਿਹੜਾ ਕਿ ਚਲੋ ਮਜੀਠੀਆ ਹੋਣੀ ਗਏ ਸੀ ਉੱਥੇ, ਤੇ ਉਹਨਾਂ ਵੱਲੋਂ ਇਹ ਬਿਆਨ ਦੇਣਾ ਕਿ ਇਹ ਜਿਹੜੇ ਬਿੱਲ ਕਿਸਾਨਾਂ ਦੇ ਨਾਲ ਧੋਖਾ ਹੈਗੇ ਆ, ਤੇ ਇਹ ਕਿਸਾਨਾਂ ਪ੍ਰਤੀ ਕੋਈ ਹਮਦਰਦੀ ਵਾਲੇ ਬਿੱਲ ਨਹੀਂ ਹੈਗੇ, ਸਿਰਫ ਕਾਂਗਰਸ ਨੇ ਆਪਣਾ ਆਪ ਬਚਾਉਣ ਵਾਸਤੇ, ਲੋਕਾਂ ਵਿੱਚ ਐਵੇਂ ਅਫਵਾਹ ਫੈਲਾਉਣ ਵਾਸਤੇ ਬਿੱਲ ਜੇ ਪਾਸ ਕਰਤੇ ਆ। ਇਹਦਾ ਕਾਂਗਰਸ ਕਿਸਾਨਾਂ ਨੂੰ ਕੋਈ ਲਾਭ ਹੋਣ ਵਾਲਾ ਨਹੀਂ ਹੈਗਾ ਜੀ। ਸੁਖਬੀਰ ਬਾਦਲ ਨੇ ਸਿੱਧਾ ਹੀ ਆਖਿਆ ਕਿ ਇਹਨਾਂ ਜੇਕਰ ਚਾਹੇ ਨਾ ਪੰਜਾਬ ਦੀ ਕਾਂਗਰਸ ਸਰਕਾਰ ਤਾਂ ਉਹ ਪੂਰੇ ਪੰਜਾਬ ਨੂੰ ਇੱਕ ਮੰਡੀ ਐਲਾਨ ਸਕਦੀ ਆ, ਇੱਕ ਮੰਡੀ ਐਲਾਨ ਕੇ ਉਹ ਪੂਰਾ ਜਿਹੜਾ ਕਿਸਾਨ ਨੂੰ ਲਾਭ ਦੇ ਸਕਦੀ ਹੈ। ਇਹ ਤਾਂ ਕਿਤੇ ਨਹੀਂ ਰੋਕਿਆ ਕਿਸੇ ਕਹਿੰਦੇ ਮੰਡੀ ਐਲਾਨਣਾ, ਇਹ ਤਾਂ ਕਿਤੇ ਨਹੀਂ ਰੋਕਿਆ। ਉਹ ਜੇ ਚਾਹੇ ਤਾਂ ਸਾਰੀਆਂ ਫਸਲਾਂ ਨੂੰ ਐਮਐਸਪੀ ਦੇ ਸਕਦੀ ਆ। ਉਹਨੇ ਸੁਖਬੀਰ ਬਾਦਲ ਨੇ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਉੱਤੇ ਵਾਰ ਕਰਦਿਆਂ ਸਿੱਧਾ ਹੀ ਕਿਹਾ ਕਿ ਉਹ ਭਾਜਪਾ ਨਾਲ ਮਿਲਿਆ ਹੋਇਆ ਜੀ, ਭਾਜਪਾ ਨਾਲ ਮਿਲ ਕੇ ਇੱਕ ਪਾਸੇ ਰੱਖ ਕੇ ਮੋਦੀ ਦੀ ਹੀ ਬਿੱਲਾਂ ਨੂੰ ਅੱਗੇ ਤੋਰਨ ਦੀ ਗੱਲ ਕਰ ਰਿਹਾ। ਇੱਕ ਪਾਸੇ ਕਿਸਾਨਾਂ ਵਿੱਚ ਆਪਣਾ ਚਿਹਰਾ ਮੋਹਰਾ ਠੀਕ ਕਰਨ ਲੱਗਿਆ ਹੋਇਆ, ਦੂਜੇ ਪਾਸੇ ਅਮਰਿੰਦਰ ਜਿਹੜਾ ਹੈਗਾ ਉਹ ਭਾਜਪਾ ਨਾਲ ਵੀ ਦੋਸਤੀ ਰੱਖੇ ਹੋਏ ਆ। ਤੇ ਇਸ ਤਰ੍ਹਾਂ ਦੇ ਬਿਆਨ ਸੁਖਬੀਰ ਨੇ ਦਿੱਤੇ ਆ। ਸੁਖਬੀਰ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਜਦੋਂ ਉਹਨਾਂ ਦੀ ਸਰਕਾਰ ਸੀਗੀ ਤਾਂ ਉਸ ਵੇਲੇ ਪੰਜਾਬ ਦੇ ਵਿੱਚ ਤੁਸੀਂ ਕਿੰਨੇ ਕੁ ਪੈਸੇ ਲੈ ਕੇ ਆਏ ਸੀ ਕੇਂਦਰ ਤੋਂ ਜੀ। ਤੁਹਾਡੀ ਸਰਕਾਰ ਮੌਕੇ ਹੀ ਸ਼ੁਰੂ ਹੋ ਗਿਆ ਸੀ ਕੇਂਦਰ ਸਰਕਾਰ ਵੱਲੋਂ ਦਲਿਤਾਂ ਦੀ ਸਕਾਲਰਸ਼ਿਪ ਬੰਦ ਕਰਨਾ। ਤੁਹਾਡੇ ਵੇਲੇ ਹੀ ਇਹ ਫੈਸਲਾ ਹੋ ਗਿਆ ਸੀ ਪੰਜਾਬ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਬਹੁਤ ਸਾਰੀਆਂ ਸਕੀਮਾਂ ਭੇਜਦੀ ਸੀ ਉਹ ਬੰਦ ਕਰਤੀਆਂ। ਤੁਹਾਡੀ ਸਰਕਾਰ ਮੌਕੇ ਹੋਇਆ ਸੀ ਜਿਹੜਾ ਕਿ ਯੂਨੀਵਰਸਿਟੀਆਂ ਨੂੰ ਗ੍ਰਾਂਟ ਮਿਲਦੀ ਸੀਗੀ, ਉਹ ਗ੍ਰਾਂਟ ਵਿੱਚ ਕੱਟ ਲੱਗਿਆ ਸੀਗਾ। ਤੁਹਾਡੀ ਸਰਕਾਰ ਵੇਲੇ ਹੀ ਯੂਨੀਵਰਸਿਟੀਆਂ ਦੀ ਗ੍ਰਾਂਟਾਂ ਵਿੱਚ ਕੱਟ ਲੱਗਿਆ। ਤੁਸੀਂ ਉਸ ਵੇਲੇ ਤਾਂ ਬੀਜੇਪੀ ਵੀ ਸੀਗੇ, ਤੁਹਾਡੀ ਬੀਜੇਪੀ ਸਰਕਾਰ ਸੀਗੀ ਤੇ ਤੁਹਾਡੀ ਵੀ ਸਰਕਾਰ ਸੀ। ਤੁਸੀਂ ਕਿਉਂ ਨਹੀਂ ਉਸ ਵੇਲੇ ਬੀਜੇਪੀ ਤੋਂ ਕੋਈ ਅੱਛਾ ਲਾਭ ਲਿਆ ਪੰਜਾਬ ਵਾਸਤੇ? ਤੁਸੀਂ ਤਾਂ ਕਹਿੰਦੇ ਸੀ ਇੱਥਾਂ ਟਰੱਕ ਭਰ ਕੇ ਲੈ ਕੇ ਆਵਾਂਗੇ, ਅਸੀਂ ਟਰੰਕ ਕਿਹਾ ਸੀਗਾ, ਮੀਡੀਆ ਨੇ ਟਰੰਕ ਬਣਾਤਾ ਸੀਗਾ। ਤੁਸੀਂ ਕਹਿੰਦੇ ਟਰੱਕ ਭਰ ਕੇ ਲੈ ਕੇ ਆਵਾਂਗੇ ਪੈਸੇ ਦੇ, ਅਸੀਂ ਹੁਣ ਮੋਦੀ ਸਰਕਾਰ ਆ ਰਹੀ ਹੈ ਤੇ ਤੁਸੀਂ ਕਿਹੜੇ ਟਰੱਕ ਭਰ ਕੇ ਲੈ ਕੇ ਆਏ ਮੋਦੀ ਸਰਕਾਰ ਤੋਂ? ਤੁਸੀਂ ਹੁਣ ਸਰਕਾਰ ਦੇ ਵਿਰੁੱਧ ਆ ਗਏ ਹੋ, ਸਰਕਾਰ ਦੇ ਖਿਲਾਫ ਐਦਾਂ ਹੀ ਬੋਲ ਰਹੇ ਹੋ ਜਿਸ ਤਰ੍ਹਾਂ ਕੋਈ ਮਾੜੀ ਜਿਹੜੀ ਹੁੰਦੀ ਹੈ ਨਾ ਸੱਸ ਨੂੰ ਹੁੰਦੀ ਹੈ ਮਾੜੀ, ਆਪਣੀ ਸੱਸ ਕੋਲੇ ਚੰਗੀ ਬਣਨ ਵਾਸਤੇ ਨਾ, ਚੰਗੀ ਬਣ ਦੂਜੀ ਨੂੰ ਦੀ ਬੇਇੱਜ਼ਤੀ ਕਰਦੀ ਆ। ਉਹ ਇੱਥੇ ਆਪਣੀ ਜਿਹੜੇ ਕਿਸਾਨਾਂ ਦੇ ਅੱਗੇ ਜਿਹੜਾ ਕਿ ਨਾ ਚੰਗਾ ਬਣਨ ਵਾਸਤੇ ਉਹ ਹੁਣ ਬੀਜੇਪੀ ਦੇ ਵਿਰੁੱਧ ਤੇ ਅਮਰਿੰਦਰ ਦੇ ਵਿਰੁੱਧ ਬੋਲਣ ਲੱਗੇ ਹੋਏ ਨੇ। ਬਿਲਕੁਲ। ਚਲੋ ਸੁਖਬੀਰ ਦਾ ਫਰਜ਼ ਹੀ ਬਣਦਾ ਸਿਆਸਤ ਖੇਡੇ, ਤੇ ਸਿਆਸਤ ਉਹ ਖੇਡ ਹੀ ਰਿਹਾ, ਸਿਆਸਤ ਹੀ ਤਾਂ ਖੇਡ ਰਹੇ ਨੇ ਸਾਰੇ ਹੀ ਅਮਰਿੰਦਰ ਜੀ। ਕਿਸਾਨਾਂ ਦੇ ਪੱਖ ਵਿੱਚ ਕਿਹੜੀ ਪਾਰਟੀ ਕੰਮ ਕਰ ਰਹੀ ਆ? ਸਾਰੇ ਸਿਆਸਤਾਂ ਖੇਡੇ ਰਹੇ ਨੇ ਜੀ। ਬਿਲਕੁਲ। ਗੱਲ ਕੀਤੀ ਜਾਵੇ ਸਾਡੇ ਗੁਆਂਢੀ ਸੂਬੇ ਹਰਿਆਣਾ ਦੀ ਤਾਂ ਉਸ ਦੇ ਵਿੱਚ ਵੀ ਜਿਹੜਾ ਸੰਘਰਸ਼ ਆ ਪੂਰੀ ਤਰ੍ਹਾਂ ਜਾਰੀ ਹੈ, ਕਿਸਾਨਾਂ ਵੱਲੋਂ ਅੰਦੋਲਨ ਜਾਰੀ ਹੈ। ਪਿਛਲੇ 15 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਦੁਸ਼ਯੰਤ ਚੌਟਾਲਾ ਦੀ ਜਿਹੜਾ ਅਸਤੀਫੇ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੀਆਂ ਨੇ। ਕੀ ਲੱਗਦਾ ਹੈ ਕਿ ਹੁਣ ਸੰਘਰਸ਼ ਆ ਜਿਹੜਾ ਤੇਜ਼ ਹੁੰਦਾ ਨਜ਼ਰ ਆ ਰਿਹਾ ਹਰਿਆਣਾ 'ਚ ਵੀ? ਹਾਂ ਦੇਖੋ ਨਾ ਜੀ, 21 ਦਿਨ ਹੋ ਗਏ ਆ ਉੱਥੇ ਬੈਠੀਆਂ ਨੂੰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਦੁਸ਼ਯੰਤ ਚੌਟਾਲਾ ਜਿਹੜਾ ਹੈਗਾ ਨਾ ਉਹ ਚੌਟਾਲਾ ਪਰਿਵਾਰ ਦੇ ਵਿੱਚੋਂ ਹੈਗਾ ਜੀ। ਉਹਨਾਂ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਅੰਗਲੀ ਸੰਗਲੀ ਭਿੜਦੀ ਆ, ਦੋਸਤਾਨਾ ਸੰਬੰਧ ਮਿਲਦੇ ਨੇ। ਪ੍ਰਕਾਸ਼ ਸਿੰਘ ਬਾਦਲ ਨੇ ਬੁੱਤ ਵੀ ਬਣਾਇਆ ਦੇਵੀ ਲਾਲ ਦਾ, ਮੈਂ ਕਿਹਾ ਪੰਜਾਬ ਦੇ ਵਿੱਚ ਸਰਕਾਰ ਸੀ ਉਹਦੀ ਵੱਡੇ ਪੱਧਰ ਤੇ। ਇਹ ਜਿਹੜਾ ਹੈਗਾ ਨਾ ਪ੍ਰਕਾਸ਼ ਸਿੰਘ ਬਾਦਲ ਦੀਆਂ ਦੋਸਤੀਆਂ ਪੱਕੀਆਂ ਰਹੀਆਂ ਨੇ। ਈਵਨ ਕਿ ਹਰਿਆਣੇ ਦੇ ਵਿੱਚ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ ਸੀਗਾ ਚੌਟਾਲੇ ਕਰਕੇ। ਚੌਟਾਲਾ ਜਿਹੜਾ ਹੈਗਾ ਉਹ ਹੁਣ ਬੀਜੇਪੀ ਦੇ ਵਿੱਚ ਸਰਕਾਰ 'ਚ ਉਪ ਮੁੱਖ ਮੰਤਰੀ ਹੈਗਾ। ਤੇ ਮੇਰਾ ਕਾਲ ਆ ਗਈ ਮੇਰੇ ਖਿਆਲ 'ਚ। ਬਿਲਕੁਲ ਜੀ, ਇਸੇ ਵਿਸ਼ੇ ਦੇ ਉੱਤੇ ਚਰਚਾ ਜਾਰੀ ਰਹੇਗੀ। ਇਸੇ ਦੌਰਾਨ ਸਾਡੇ ਨਾਲ ਕਾਲਰ ਜੁੜੇ ਨੇ। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਜੀ? ਨਾਭੇ ਤੋਂ ਬੋਲ ਰਹੇ ਹਾਂ, ਹਰਿਆਣਾ ਪਿੰਡ ਹੈ ਜੀ। ਸਵਾਗਤ ਹੈ। ਇਹ ਆਪਣੇ ਜਿਹੜੇ ਅਕਾਲੀ ਦਲ ਵਾਲੇ ਨੇ ਜੀ, ਇਹਨਾਂ ਨੇ ਜਦੋਂ ਵੋਟਾਂ ਹੁੰਦੀਆਂ ਨੇ ਇਹ ਹਮੇਸ਼ਾ ਹੀ ਇਹ ਇਤਰਾਜ਼ ਲਾਉਂਦੇ ਹੁੰਦੇ ਨੇ ਵੀ ਸਾਡੇ ਨਾਲ ਜਿਹੜੀ ਕਾਂਗਰਸ ਧੱਕਾ ਕਰਦੀ ਹੈ। ਤੁਸੀਂ ਭਾਜੀ ਟੀਵੀ ਬੰਦ ਕਰ ਦਿਓ, ਟੀਵੀ ਦੀ ਆਵਾਜ਼ ਬੰਦ ਕਰ ਦਿਓ ਆਪਣੀ। ਇੱਕ ਮਿੰਟ। ਜਿਹੜੀ ਕਾਂਗਰਸ ਧੱਕਾ ਕਰਦੀ ਹੈ, ਤੁਸੀਂ ਭਾਜੀ ਟੀਵੀ ਬੰਦ ਕਰ ਦਿਓ, ਟੀਵੀ ਦੀ। ਹੈਲੋ ਜੀ। ਜੀ। ਕੀ ਕਾਂਗਰਸ ਨੇ ਸਾਨੂੰ
ਮਤਰੇਈ ਮਾਂ ਵਾਂਗ ਸਲੂਕ ਕਰਦੀ ਹੈ। ਸਾਨੂੰ ਜਿਹੜੇ ਸਾਡੇ ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੇ, ਸਾਨੂੰ ਚੰਡੀਗੜ੍ਹ ਨਹੀਂ ਦਿੱਤਾ ਜੀ। ਸਾਡੇ ਜਿਹੜੇ ਹੋਰ ਪਾਣੀ ਦੇ ਮਸਲਾ ਉਹ ਨਹੀਂ ਹੱਲ ਕੀਤੇ। 1975 ਤੋਂ ਲੈ ਕੇ ਐਮਰਜੈਂਸੀ ਤੋਂ ਬਾਅਦ ਜੀ 77 ਤੋਂ ਲੈ ਕੇ 77 ਦੇ ਵਿੱਚ ਜਨਤਾ ਪਾਰਟੀ ਸਰਕਾਰ ਬਣੀ, ਜਿਹਦੇ ਵਿੱਚ ਇਹ ਭਾਈਵਾਲ ਤੇ ਜੀ ਮਰਾਰਜੀ ਦੇਸਾਈ ਦੀ, ਹੋਰ ਬਹੁਤ ਸਰਕਾਰਾਂ ਬਣੀਆਂ, ਬੀਪੀ ਸਿੰਘ ਦੀ ਬਣੀ, ਦੇਵਗੌੜਾ ਦੀ ਬਣੀ, ਗੁਜਰਾਲ ਜੀ ਦੀ ਬਣੀ, ਵਾਜਪਾਈ ਸਾਹਿਬ ਦੀ, ਤੇ ਹੁਣ ਮੋਦੀ ਸਾਹਿਬ ਚੱਲ ਰਹੇ ਨੇ। ਕਈ ਸਰਕਾਰਾਂ ਦੇ ਆਪ ਭਾਈਵਾਲ ਰਹੇ ਨੇ ਜੀ। ਇਹ ਦੱਸ ਸਕਦੇ ਨੇ ਵੀ ਅਸੀਂ ਇਹਨਾਂ ਤੋਂ ਕਿਹੜੇ ਮਸਲੇ ਹੱਲ ਕਰਾਏ ਨੇ ਆਪਣੇ ਰਾਜ 'ਚ ਰਹਿੰਦੇ ਹੋਏ, ਇਹਦੇ ਭਾਈਵਾਲ ਤੇ ਵੀ ਅਸੀਂ ਚੰਡੀਗੜ੍ਹ ਦਾ ਮਸਲਾ ਹੱਲ ਕਰਾ ਲਿਆ, ਪਾਣੀ ਦੇ ਮਸਲੇ ਹੱਲ ਕਰਾ ਲਏ ਜੀ, ਪੰਜਾਬੀ ਬੋਲਦੇ ਇਲਾਕੇ ਲੈ ਲਏ। ਸੁਖਬੀਰ ਸਿੰਘ ਬਾਦਲ ਖੁਦ ਸੰਤ ਮੰਤਰੀ ਰਹੇ ਨੇ ਜੀ। ਇਹ ਕਿੰਨੀਆਂ ਕਿ ਇਹਨਾਂ ਨੇ ਸੰਤ ਲਾਈ ਹੈ ਪੰਜਾਬ ਦੇ ਵਿੱਚ। ਆ ਬੀਬਾ ਜੀ ਰਹੇ ਨੇ ਫੂਡ ਪ੍ਰੋਸੈਸਿੰਗ ਮੰਤਰੀ, ਇਹ ਕਿੰਨੇ ਕੁ ਪ੍ਰੋਜੈਕਟ ਲੈ ਕੇ ਆਈ ਹੈ ਪੰਜਾਬ ਦੇ ਵਿੱਚ। ਇਹ ਲੋਕ ਇਹਨਾਂ ਦੀਆਂ ਗੱਲਾਂ ਨੂੰ ਸਭ ਹੁਣ ਸਮਝ ਚੁੱਕੇ ਨੇ। ਜਿਹੜੀਆਂ ਸਿਆਸਤਾਂ ਕਰਦੇ ਨੇ ਨਾ ਜੀ, ਇਹਨਾਂ ਨੂੰ ਸੱਚੀ ਸੁੱਚੀ ਜਿਹੜੀ ਹੈ ਉਹ ਸਿਆਸਤ ਕਰਨੀ ਚਾਹੀਦੀ ਹੈ। ਕੱਲ ਬੋਲ ਰਿਹਾ ਸੀਗਾ ਸੁਖਬੀਰ ਬਾਦਲ ਵੀ ਗੁਟਕਾ ਚੱਕ ਕੇ ਸਹੁੰ ਖਾਧੀ ਹੈ ਕੈਪਟਨ ਨੇ, ਮੈਂ ਮੰਡੀ ਬਣਾਉਂਗਾ ਉੱਪਰ ਸਾਰੀ। ਇਹੋ ਜਿਹੇ ਊਟ ਪਟਾਂਗ ਜੇ ਬਿਆਨ ਹੀ ਦੇਈ ਜਾਂਦਾ, ਇਹਦੇ ਨਾਲ ਇਹਨਾਂ ਦੀ ਪਾਰਟੀ ਦਾ ਨੁਕਸਾਨ ਹੀ ਹੁੰਦਾ, ਕੋਈ ਫਾਇਦਾ ਨਹੀਂ ਹੁੰਦਾ ਜੀ। ਜਦੋਂ ਕਿ ਸੀਨੀਅਰ ਬੰਦੇ ਵੀ ਇਹਨਾਂ ਦੇ ਕੋਲ ਬੈਠੇ ਹੁੰਦੇ ਨੇ। ਕੱਲ ਚੰਦੂ ਮਾਜਰਾ ਸਾਹਿਬ ਤੇ ਮਲੂਕਾ ਸਾਹਿਬ ਦੇ ਪਿੱਛੇ ਬੈਠੇ ਸੀ ਜਦੋਂ ਇਹ ਬੋਲ ਰਹੇ ਸੀ ਟੀਵੀ ਦੇ ਉੱਤੇ, ਤੇ ਇਹਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਮੈਂ ਕੀ ਬੋਲ ਰਿਹਾ ਕੀ ਨਹੀਂ ਬੋਲ ਰਿਹਾ। ਬਿਲਕੁਲ। ਚਲੋ ਕਿੱਦਾਂ ਹੀ ਜ਼ਰੂਰ ਦੱਸਣ ਵੀ ਇਹਨਾਂ ਨੇ ਕਿੰਨੇ ਮਸਲੇ ਹੱਲ ਕਰਾਏ ਨੇ ਆਪਣੇ ਰਾਜ ਦੇ ਵਿੱਚ। ਇਹਨਾਂ ਨੂੰ ਕੋਈ ਹੱਕ ਹੈਗਾ ਉਹ ਕਹਿਣ ਦਾ ਸਾਨੂੰ ਧੱਕਾ ਕਰਦੀ ਹੈ। ਇਹਨਾਂ ਨੇ ਖੁਦ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਇਹ ਖੁਦ ਇਨਸਾਫ ਨਹੀਂ ਦੇ ਸਕੇ। ਬਿਲਕੁਲ। ਰਾਜ ਭਾਗ ਦੀ ਆਪਣਾ ਇਹਨਾਂ ਤੋਂ ਖੁਦ ਇਨਸਾਫ ਨਹੀਂ ਦਿੱਤਾ ਗਿਆ ਪੰਥਕ ਸਰਕਾਰ ਪਾਉਣ ਵਾਲਿਆਂ ਤੋਂ। ਬਿਲਕੁਲ। ਅਕਾਲੀ ਦਲ ਦੇ ਵੱਲੋਂ ਜਿਹੜਾ ਫੈਸਲੇ ਕੀਤੇ ਜਾਂਦੇ ਨੇ, ਅਕਾਲੀ ਦਲ ਵੱਲੋਂ ਜਿਹੜੇ ਆਪਣਾ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਜਾਂਦੇ ਨੇ, ਉਹਨਾਂ ਤੋਂ ਭੱਜਦਾ ਨਜ਼ਰ ਆ ਰਿਹਾ ਸੀ। ਇੱਕ ਪਾਰਟੀ ਦੀ ਗੱਲ ਨਹੀਂ ਕਰ ਰਹੇ, ਗੱਲ ਅਲੱਗ-ਅਲੱਗ ਪਾਰਟੀਆਂ ਦੀ ਹੈ। ਰਾਜਨੀਤਿਕ ਪਾਰਟੀਆਂ ਵੱਲੋਂ ਵੋਟਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਜਾਂਦੇ ਨੇ, ਹਰ ਵਾਰ ਹੀ ਜਿਹੜੇ ਵੋਟਰ ਨੇ ਉਹਨਾਂ ਦਾ ਇਹੀ ਰਹਿੰਦਾ ਹੈ ਰੋਸ ਕਿ ਸਾਡੇ ਜਿਹੜੇ ਮਸਲੇ ਹੱਲ ਨਹੀਂ ਹੋਏ, ਸਾਡੇ ਜਿਹੜੇ ਮੁੱਦੇ ਉਵੇਂ ਦੇ ਉਵੇਂ ਖੜੇ ਨੇ। ਜੇ ਕੀਦਾ ਸਾਹਿਬ, ਇਹਨਾਂ ਅਸਲ ਵਿੱਚ ਜਿਹੜੇ ਹਰਿਆਣਾ ਵਾਲਾ ਬਾਈ ਕਹਿ ਰਹੇ ਨੇ ਗੱਲ ਵੀ ਬੜੀ ਵਾਰੀ ਪਹਿਲਾਂ ਵੀ ਜਿਹੜੇ ਅਕਾਲੀ ਦਲ ਹੈਗਾ ਉਹ ਕੇਂਦਰ ਸਰਕਾਰ ਨਾਲ ਭਾਈਵਾਲ ਰਿਹਾ। ਬਾਈ ਜੀ ਭਾਈਵਾਲ ਤਾਂ ਰਹੇ ਨੇ ਇਹ ਖਰਾ ਆਪਣੀ ਪਿੱਠ ਬਚਾਉਣ ਵਾਸਤੇ, ਆਪਣੀ ਸਰਕਾਰਾਂ ਬਚਾਉਣ ਵਾਸਤੇ ਕੰਮ ਕਰਦੇ ਰਹੇ ਨੇ ਪਹਿਲਾਂ ਵੀ। ਬਿਲਕੁਲ। ਸਰਕਾਰ ਵੱਜ ਜਾਵੇ, ਸਾਡੀ ਕੁਰਸੀ ਵੱਜ ਜਾਵੇ। ਮੈਂ ਇੱਕ ਬੜੀ ਇੰਟਰਸਟਿੰਗ ਇੱਥੇ ਇੱਕ ਵਾਕਿਆ ਹੈਗਾ, ਮੈਂ ਸਾਂਝਾ ਕਰਨ ਲੱਗਿਆ ਆਪਣੇ ਦਰਸ਼ਕਾਂ ਨਾਲ ਜੀ। ਉਹ ਵਾਕਿਆ ਇਹ ਹੈ ਕਿ ਨਾ ਜਦੋਂ ਮਰਾਰਜੀ ਦੇਸਾਈ ਸਰਕਾਰ ਆਈ ਸੀ ਨਾ, ਜਦੋਂ ਸਰਕਾਰ ਦੇਸਾਈ ਦੀ ਆਈ ਸੀਗੀ ਉਸ ਵੇਲੇ ਵੀ ਪ੍ਰਕਾਸ਼ ਸਿੰਘ ਬਾਦਲ ਖੇਤੀਬਾੜੀ ਮੰਤਰੀ ਬਣਾਏ ਗਏ ਸੀਗੇ ਜੀ। ਮੇਰੇ ਧਿਆਨ 'ਚ ਆ ਰਹੀ ਹੈ ਗੱਲ ਇਹ। ਤੇ ਉਸ ਵੇਲੇ ਨਾ ਪ੍ਰਕਾਸ਼ ਸਿੰਘ ਬਾਦਲ ਹੋਰੀ ਨਾ ਦਰਬਾਰ ਸਾਹਿਬ ਤੋਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗਏ ਸੀ ਉੱਥੇ ਵੀ ਦੇਸਾਈ ਜੀ ਪ੍ਰਧਾਨ ਮੰਤਰੀ ਬਣ ਗਏ ਆ ਜੀ। ਤੇ ਜਾ ਕੇ ਨਾ ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਉਹਨੂੰ ਪੇਸ਼ ਕੀਤੀ ਮਹਾਰਾਜ ਦੇਸਾਈ ਨੂੰ, ਪ੍ਰਧਾਨ ਮੰਤਰੀ ਨੂੰ। ਤਾਂ ਮਹਾਰਾਜ ਪਤਾ ਕੀ ਕਹਿਣਾ ਸੀ ਦੇਸਾਈ ਦਾ ਬਾਦਲ ਸਾਹਿਬ ਨੂੰ, ਤੇ ਉਹਦੇ ਨਾਲ ਹੋਰ 2-4 ਲੀਡਰ ਸੀਗੇ। ਉਹ ਕਹਿੰਦੇ, ਉਹ ਜਦੋਂ ਬਾਦਲ ਸਾਹਿਬ ਨੇ ਕਿਹਾ ਜੀ ਸਾਡੇ ਦਰਬਾਰ ਸਾਹਿਬ ਦੇ ਵਿੱਚ ਅਸੀਂ ਨਾ ਅਰਦਾਸ ਕੀਤੀ ਸੀ ਕਿ ਸਾਡੇ ਪ੍ਰਧਾਨ ਮੰਤਰੀ ਦੇਸਾਈ ਜੀ ਬਣ ਜਾਣ, ਅਸੀਂ ਦਰਬਾਰ ਸਾਹਿਬ ਤੋਂ ਦੇਗ ਕਰਾ ਕੇ ਲੈ ਕੇ ਜਾਵਾਂਗੇ ਅਸੀਂ। ਤਾਂ ਦੇਸਾਈ ਜੀ ਕਹਿੰਦੇ ਵੀ ਮੈਨੂੰ ਤਾਂ ਬਣਾਇਆ ਲੋਕਾਂ ਨੇ ਪ੍ਰਧਾਨ ਮੰਤਰੀ, ਤੁਹਾਡਾ ਦਰਬਾਰ ਸਾਹਿਬ ਕੌਣ ਮੰਤਰੀ ਬਣਾਉਣ ਵਾਲਾ ਮੈਨੂੰ। ਉਹ ਉਹਨਾਂ ਨੇ ਕਹਿੰਦਾ ਆਪਣਾ ਜਿਹੜਾ ਤੁਹਾਡਾ ਪ੍ਰਸ਼ਾਦ ਆ ਨਾ ਇਹ ਆਪਣੇ ਸਿਰ ਤੇ ਮੜ ਲਓ, ਇਹ ਸ਼ਬਦ ਕਹੇ ਸੀ। ਬੜੀ ਇਮੀਡੀਏਟ ਚਰਚਾ ਹੋਈ ਸੀ ਉਸ ਵੇਲੇ ਜੀ ਬਾਦਲ ਸਾਹਿਬ ਨੂੰ ਨੇ, ਦੇਸਾਈ ਨੇ। ਮਤਲਬ ਕਿ ਕਹਿਣ ਦਾ ਭਾਵ ਵੀ ਖੇਤੀਬਾੜੀ ਮੰਤਰੀ ਬਣੇ ਰਹੇ ਉਹ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੀ ਇੱਕ ਬੀ ਨਹੀਂ ਚੱਲਣ ਦਿੱਤੀ। ਉਹ ਗੱਲ ਵੱਖ ਹੈ ਕਿ ਬਾਅਦ ਵਿੱਚ ਫਿਰ ਇਹਨਾਂ ਦੀ ਸਰਕਾਰ ਆ ਗਈ ਸੀਗੀ ਜੀ ਤੇ ਮੁੱਖ ਮੰਤਰੀ ਬਣ ਗਏ ਸੀ। ਮੇਰਾ ਕਹਿਣ ਦਾ ਭਾਵ ਇਹ ਆ ਵੀ ਜਦੋਂ ਤੱਕ ਵੀ ਇਹ ਕੇਂਦਰ ਸਰਕਾਰ ਦੇ ਨਾਲ ਅਕਾਲੀ ਦਲ ਰਿਹਾ ਨਾ, ਇਹਨਾਂ ਨੇ ਤਾਂ ਆਪਣਾ ਢੂਹੀ ਬਚਾਉਣ ਵਾਸਤੇ ਚਮਚਾਗਿਰੀ ਕੀਤੀ ਹੈ। ਹੁਣ ਦੇਖੋ ਦਰਬਾਰ ਸਾਹਿਬ ਤੋਂ ਪ੍ਰਸ਼ਾਦ ਲੈ ਕੇ ਗਿਆ, ਉਹਨੂੰ ਕਹਿੰਦਾ ਆਪਣੇ ਸਿਰ ਤੇ ਮੜ ਲਓ। ਕਿੱਡੀ ਖਤਰਨਾਕ ਗੱਲ ਕਹੀ ਪ੍ਰਧਾਨ ਮੰਤਰੀ ਨੇ। ਫਿਰ ਵੀ ਵਿੱਚ ਰਹੇ ਉਹ, ਉਹਨਾਂ ਨੂੰ ਰਿਜ਼ਾਈਨ ਕਰਨਾ ਪੈਂਦਾ ਸੀ ਨਾਲ ਦੀ ਨਾਲੇ ਵੀ ਸਾਡੀ ਬੜੀ ਦਰਬਾਰ ਸਾਹਿਬ ਦੇ ਸੰਬੰਧ ਵੀ ਸਾਡੀ ਗੱਲ ਕਹਿਤੀ ਹੈ, ਸਾਡੇ ਸਿੱਖਾਂ ਪ੍ਰਤੀ ਪੰਥ ਪ੍ਰਤੀ ਗੱਲ ਕਹੀ ਆ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਵੀ ਕੋਈ ਗੱਲ ਨਹੀਂ ਕੀਤੀ, ਚੁੱਪ ਕਰਕੇ ਵਾਪਸ ਆ ਗਏ ਸੀਗੇ ਕਿਉਂਕਿ ਉਹਨਾਂ ਨੂੰ ਆਪਣੀ ਕੁਰਸੀ ਪਿਆਰੀ ਸੀਗੀ। ਸੋ ਹੁਣ ਵੀ ਜਿਹੜਾ ਇਹੀ ਚੱਲਦਾ ਆ ਰਿਹਾ, ਮੈਂ ਤਾਂ ਸਮਝ ਨਹੀਂ ਆਉਂਦੀ ਗੱਲ ਦੀ ਵੀ ਮੈਂ ਇਸੇ ਮੰਚ ਤੋਂ ਕਿਹਾ ਸੀ ਕਿ ਵੀ ਅਸਤੀਫਾ ਦੇਣ ਵਾਲੇ ਬੰਦੇ ਹੈ ਨਹੀਂ ਇਹ, ਕਿਉਂਕਿ
ਇਹਨਾਂ ਨੇ ਪਹਿਲਾਂ ਵੀ ਜਿਹੜਾ ਹੈਗਾ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਹੀ ਕੰਮ ਕੀਤਾ। ਬਿਲਕੁਲ ਕੁਰਸੀ ਪਿੱਛੇ ਚਿੰਬੜੇ ਰਹੇ ਨੇ ਧਰਮਿੰਦਰ ਜੀ ਇਹ, ਤੇ ਇਹਨਾਂ ਨੇ ਕੋਈ ਬਹੁਤ ਵਧੀਆ ਕੰਮ ਨਹੀਂ ਕੀਤਾ। ਪਰ ਜਦੋਂ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵਿਰੋਧਤਾ ਹੋ ਗਈ, ਜਦੋਂ ਲੱਗ ਗਿਆ ਵੀ ਤੇ ਬੀਜੇਪੀ ਦੇ ਡਾਂਗਾ ਮਾਰਨ ਲੱਗੇ, ਸਾਡੇ ਵੀ ਡਾਂਗਾ ਮਾਰਨ ਲੱਗ ਪਏ ਇਹ, ਤਾਂ ਇਹ ਬਾਹਰ ਆਏ ਨੇ ਸਰਕਾਰ ਤੋਂ। ਉਹ ਵੀ ਪਤਾ ਨਹੀਂ ਕੀ ਸਮਝੌਤਾ ਕਰਕੇ ਆਏ ਹੋਣੇ, ਕਿਉਂਕਿ 10 ਸਾਲਾਂ ਦੇ ਵੀ ਸੁਖਬੀਰ ਬਾਦਲ ਨੇ ਜੋ ਬਿਜ਼ਨਸ ਵਾਂਗੂ ਚਲਾਇਆ ਸਰਕਾਰ ਨੇ, ਇੱਕ ਵਪਾਰੀ ਵਾਂਗੂ ਸਰਕਾਰ ਚਲਾਈ ਹੈ ਧਰਮਿੰਦਰ, ਉਹ ਇੰਜ ਲੱਗਦਾ ਵੀ ਇਹਨਾਂ ਵੱਲੋਂ ਬਹੁਤ ਵੱਡੀਆਂ ਬੇਨਿਯਮੀਆਂ ਹੋਈਆਂ ਹੋਣਗੀਆਂ ਜੀ ਸਰਕਾਰ ਦੇ ਵਿੱਚ। ਉਹ ਬੇਨਿਯਮੀਆਂ ਦੀ ਈਡੀ ਬੈਠੀ ਆ ਕੇਂਦਰ ਸਰਕਾਰ ਕੋਲੇ, ਉਹ ਪੜਤਾਲ ਕਰ ਸਕਦੀ ਆ। ਸੋ ਮੇਰੇ ਕਹਿਣ ਦਾ ਮਕਸਦ ਇਹ ਆ ਵੀ ਪਤਾ ਨਹੀਂ ਕਿਵੇਂ ਬਾਹਰ ਆਏ ਹੋਣਗੇ, ਤੇ ਇਹ ਚਰਚਾ ਹੈਗੀ ਆ, ਇਹ ਮੈਂ ਨਹੀਂ ਕਹਿ ਰਿਹਾ, ਇਹ ਚਰਚਾ ਪੂਰੇ ਪੰਜਾਬ ਦੇ ਵਿੱਚ ਕਿ ਮੋਦੀ ਹੋਣੀ ਤੇ ਸੁਖਬੀਰ ਹੋਣੀਆਂ ਦੇ ਵਿੱਚੋਂ ਸਿਰਫ ਇੱਕ ਲੋਕਾਂ ਦੀ ਨਜ਼ਰ ਵਿੱਚ ਸਮਝੌਤਾ ਟੁੱਟਿਆ ਹੈਗਾ, ਤੇ ਅੰਦਰੋਂ ਗਤੀ ਇਹਨਾਂ ਦਾ ਜਿਹੜੀ ਹੈਗੀ ਆ ਦੋਸਤਾਨਾ ਸੰਬੰਧ ਹੈਗੇ ਆ, ਭਾਵੇਂ ਨਾ ਵੀ ਹੋਣ ਸੰਬੰਧ, ਭਾਵੇਂ ਨਾ ਵੀ ਹੋਣ। ਕੀ ਇਹਦੇ ਵਿੱਚ ਗੱਲਬਾਤ ਜੇ 5 ਜੂਨ ਨੂੰ ਜਿਵੇਂ ਬਰਾੜ ਸਾਹਿਬ ਕਹਿੰਦੇ ਆ, ਜਗਮੀਤ ਬਰਾੜ ਕਹਿੰਦੇ ਆ, ਜੇ 5 ਜੂਨ ਨੂੰ ਬੀਬਾ ਹਰਸਿਮਰਤ ਕੌਰ ਰਜ਼ਾਈਨ ਦੇ ਕੇ ਆ ਜਾਂਦੇ ਤਾਂ ਵਿਸ਼ਵਾਸ ਲੋਕ ਕਰ ਲੈਂਦੇ, ਪਰ ਉਦੋਂ ਨਹੀਂ ਕੀਤਾ ਉਹਨਾਂ ਨੇ ਇਸ ਤਰ੍ਹਾਂ ਦਾ ਕੰਮ। ਬਿਲਕੁਲ ਬਿਲਕੁਲ ਗਿੱਧਾ ਸਾਹਿਬ, ਅਸੀਂ ਗੱਲ ਕਰ ਰਹੇ ਸੀਗੇ ਫੋਨ ਕਾਲ ਤੋਂ ਪਹਿਲਾਂ ਕਿ ਜਿਹੜਾ ਕਿਸਾਨੀ ਸੰਘਰਸ਼ ਹਰਿਆਣੇ ਦੇ ਵਿੱਚ ਜਾਰੀ ਹੈ, ਘਰਾ ਕੀਤਾ ਗਿਆ ਧਰਨਾ ਪ੍ਰਦਰਸ਼ਨ ਜਾਰੀ ਹੈ, ਦੁਸ਼ਯੰਤ ਚੌਟਾਲਾ ਦੇ ਘਰ ਦੇ ਬਾਹਰ ਵੀ ਕਰ ਰਹੇ ਸੀਗੇ ਪ੍ਰਦਰਸ਼ਨ, ਤੇ ਉਸ ਤੋਂ ਬਾਅਦ ਅਸਤੀਫੇ ਦੀ ਮੰਗ ਦੇ ਉੱਤੇ ਅੜੇ ਹੋਏ ਨੇ। ਸੰਖੇਪ ਦੇ ਵਿੱਚ ਥੋੜਾ ਜਿਹਾ ਉਹਦੇ ਬਾਰੇ ਅਸੀਂ ਸਾਂਝੇ ਕਰ ਲਈ ਵਿਚਾਰ। ਜਿਹੜੇ ਨਾ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਬਣੇ ਹੋਏ ਆ ਨਾ ਉੱਥੇ ਹਰਿਆਣੇ ਦੇ ਵਿੱਚ, ਉਹਨਾਂ ਦਾ ਕਹਿੰਦੇ ਆ ਵੀ ਰਿਜ਼ਾਈਨ ਕਰਨ ਉਹ ਬੀਜੇਪੀ ਤੋਂ। ਜੇ ਉਹ ਰਿਜ਼ਾਈਨ ਕਰ ਦਿੰਦੇ ਆ ਨਾ ਕੇਂਦਰ ਸੌਰੀ ਆਪਣਾ ਇਹਦੀ ਸਰਕਾਰ ਦੇ ਵਿੱਚੋਂ, ਭਾਜਪਾ ਦੀ ਸਰਕਾਰ ਵਿੱਚੋਂ, ਹਰਿਆਣੇ ਚੋਂ, ਤਾਂ ਸਰਕਾਰ ਗਿਰ ਸਕਦੀ ਹੈ ਉਹਨਾਂ ਦੀ, ਸਰਕਾਰ ਢਹਿ ਸਕਦੀ ਹੈ ਉਹਨਾਂ ਦੀ, ਤੇ ਜੇ ਰਿਜ਼ਾਈਨ ਕਰ ਦਿੰਦੇ ਆ। ਪਰ ਪਤਾ ਨਹੀਂ ਖੱਟੜ ਸਾਹਿਬ ਤੇ ਦੁਸ਼ਯੰਤ ਦੀ ਕੋਈ ਮੀਟਿੰਗ ਹੋਈ ਹੈ ਉਹ ਆਪਸ ਵਿੱਚ, ਮੀਟਿੰਗ ਤੋਂ ਪਹਿਲਾਂ ਤਾਂ ਦੁਸ਼ਯੰਤ ਅਲੱਗ ਹੋ ਗਏ ਸੀ ਇੱਕ ਵਾਰ, ਤਾਂ ਇੱਕ ਵਾਰ ਤਾਂ ਫੈਸਲਾ ਹੋ ਗਿਆ ਸੀ ਵੀ ਆਪਾਂ ਰਿਜ਼ਾਈਨ ਕਰ ਦਿਓ, ਪਰ ਮੀਟਿੰਗ ਤੋਂ ਬਾਅਦ ਪਤਾ ਨਹੀਂ ਕੀ ਕਿਹਾ ਉਹਦੇ ਕੰਨ ਵਿੱਚ, ਕੀ ਕੰਨਾ ਮੱਟੀ ਕੂ ਕਿਹਾ ਨਾ, ਪਤਾ ਨਹੀਂ ਕੀ ਕਿਹਾ ਉਹਨੇ, ਉਹ ਨਾਲ ਦੇ ਨਾਲ ਹੀ ਉਹ ਚੁੱਪ ਕਰਕੇ ਬਹਿ ਗਏ। ਹੁਣ ਉਹ ਕਹਿੰਦੇ ਫਿਰ ਕਰੋਨਾ ਕਹਿੰਦੇ ਹੋ ਗਿਆ ਜਿਹਨੂੰ, ਅੰਦਰ ਕੁਰੰਡਨ ਹੋ ਗਏ ਜੀ, ਕਿ ਇਕਾਂਤਵਾਸ ਚਲੇ ਗਏ ਸੀ, ਪਤਾ ਨਹੀਂ ਕੀ ਹੋਇਆ। ਪਰ ਕਿਸਾਨ ਅੜੇ ਬੈਠੇ ਆ ਹਰਿਆਣੇ ਦੇ ਉੱਤੇ, ਹਰਿਆਣੇ ਦੇ ਕਿਸਾਨ ਚਾਹੁੰਦੇ ਆ ਰਿਜ਼ਾਈਨ ਕਰੋ ਤੁਸੀਂ। ਹਰਿਆਣੇ ਦੇ ਕਿਸਾਨਾਂ ਦਾ ਸੰਘਰਸ਼ ਹੀ ਬੜਾ ਤੇਜ਼ ਚੱਲ ਰਿਹਾ, ਉਹ ਵੀ ਉਸ ਵੇਲੇ ਜਦੋਂ ਹਰਿਆਣੇ ਵਿੱਚ ਭਾਜਪਾ ਦੀ ਸਰਕਾਰ ਹੈ। ਬਿਲਕੁਲ ਗਿੱਧਾ ਸਾਹਿਬ, ਗੱਲ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ, ਤਾਂ ਇਸ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਇੱਕ ਪੀਸੀ ਕੀਤੀ ਗਈ ਹੈ, ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਤੇ ਕਿਹਾ ਹੈ ਕਿ ਅਸੀਂ ਵੱਖਰੇ ਤੌਰ ਦੇ ਉੱਤੇ ਅਲੱਗ ਹੀ ਜਿਹੜੀਆਂ ਚੋਣਾਂ ਲੜਾਂਗੇ, ਇਕੱਲੇ ਚੋਣਾਂ ਲੜਾਂਗੇ। ਤੇ ਨਾਲ ਹੀ ਦੂਜੇ ਪਾਸੇ ਬ੍ਰਹਮਪੁਰਾ ਸਾਹਿਬ ਦਾ ਵੀ ਬਿਆਨ ਆਇਆ ਹੈ ਕਿ ਅਸੀਂ ਨਾਲ ਗੱਠਜੋੜ ਕਰਕੇ ਚੋਣਾਂ ਲੜਾਂਗੇ, ਡੈਮੋਕ੍ਰੈਟਿਕ ਅਕਾਲੀ ਦਲ ਦੇ ਨਾਲ ਗੱਠਜੋੜ ਕਰਾਂਗੇ। ਤੇ ਦੂਜੇ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਹੈ ਬ੍ਰਹਮਪੁਰਾ ਦਾ ਕਿ ਬਾਦਲਾਂ ਦਾ ਜਿਹੜਾ ਮੁਕਾਬਲਾ ਕਰਨ ਲਈ ਹਮਖਿਆਲੀ ਪਾਰਟੀਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਲੋੜ ਹੈ। ਅਸਲ 'ਚ ਨਾ ਜਿਹੜਾ ਪਰਮਿੰਦਰ ਢੀਂਡਸਾ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਨਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ 22 ਦੇ ਵਿੱਚ ਜੋ ਚੋਣਾਂ ਹੋਣਗੀਆਂ, ਜੋ 22 ਦੇ ਵਿੱਚ ਚੋਣਾਂ ਹੋਣਗੀਆਂ ਵਿਧਾਨ ਸਭਾ ਦੇ ਵੀ ਨਾਲ, ਕਹਿੰਦਾ ਅਸੀਂ ਚੋਣਾਂ ਇਕੱਲੇ ਲੜਾਂਗੇ ਜੀ, ਕਿਸੇ ਨਾਲ ਸਾਂਝ ਨਹੀਂ ਪਾਵਾਂਗੇ ਅਸੀਂ। ਸ਼੍ਰੋਮਣੀ ਕਮੇਟੀ ਚੋਣਾਂ ਹੋਣਗੀਆਂ, ਉਹ ਵੀ ਅਸੀਂ ਇਕੱਲੇ ਹੀ ਲੜਾਂਗੇ, ਕਿਸੇ ਨਾਲ ਸਾਂਝ ਨਹੀਂ ਪਾਵਾਂਗੇ। ਪਤਾ ਨਹੀਂ ਕਿਉਂ ਕਿਹਾ ਪਰਮਿੰਦਰ ਨੇ ਇਹ, ਜਦ ਕਿ ਹੁੰਦਾ ਸਿਆਸੀ ਲੋਕ ਇਸ ਤਰ੍ਹਾਂ ਦਾ ਬਿਆਨ ਦਿੰਦੇ ਹੋਏ ਕਈ ਵਾਰੀ ਟਲਦੇ ਹੁੰਦੇ ਆ। ਉਹ ਕਹਿੰਦੇ ਹੁੰਦੇ ਆ ਬਈ ਅਸੀਂ ਜੀ ਮੌਕਾ ਦੇਖਾਂਗੇ, ਬਿਲਕੁਲ ਮੌਕੇ ਮੁਤਾਬਕ ਜਿਹਦੇ ਨਾਲ ਸਮਝੌਤਾ ਕਰਨਾ ਹੋਇਆ ਤਾਂ ਕਰ ਲਾਂਗੇ ਅਸੀਂ, ਕਿਉਂਕਿ ਪਰਮਿੰਦਰ ਢੀਂਡਸਾ ਦਾ ਐਡਾ ਕੋਈ ਐਡਾ ਰੂਪ ਨਹੀਂ ਹੈਗਾ ਜੇ ਪੰਜਾਬ ਦੇ ਵਿੱਚ ਕਿ ਉਹ ਇਕੱਲੇ ਚੋਣ ਲੜ ਕੇ ਸਰਕਾਰ ਬਣਾ ਲੈਣ। ਐਦਾਂ ਨਹੀਂ। ਹਾਂ, ਸੰਗਰੂਰ ਵਿੱਚ ਉਹਨਾਂ ਦਾ ਜ਼ਰੂਰ ਪੂਰਾ ਦਮਖਮ ਹੈਗਾ, ਤੇ ਪਰ ਪੰਜਾਬ ਦੇ ਵਿੱਚ ਚਲੇ ਪਰਮਿੰਦਰ ਢੀਂਡਸਾ ਉਹਨਾਂ ਦਾ ਬਹੁਤਾ ਜ਼ੋਰ ਨਹੀਂ ਹੈਗਾ, ਅਜੇ ਤੱਕ ਉਹਨਾਂ ਦਾ ਨਹੀਂ ਬਣ ਸਕਿਆ। ਤੇ ਇਸ ਕਰਕੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਬਿਆਨ ਇਹ ਮੈਨੂੰ ਲੱਗਦਾ ਬਹੁਤ ਅਗੇਤ ਵਾਲਾ ਬਿਆਨ ਹੈਗਾ ਸਿਆਸਤ ਦੇ ਵਿੱਚ। ਦੂਜੇ ਪਾਸੇ ਰਣਜੀਤ ਸਿੰਘ ਬ੍ਰਹਮਪੁਰਾ ਵੀ ਬੋਲ ਰਹੇ ਨੇ, ਉਹ ਕਹਿੰਦੇ ਆ ਕਿ ਮੇਰੇ ਨਾਲ ਗੱਲ ਹੋਈ ਆ ਸੁਦੇਵ ਸਿੰਘ ਢੀਂਡਸਾ ਹੋਰਾਂ ਦੀ, ਅਸੀਂ ਫੋਨ ਤੇ ਮੇਰੀ ਗੱਲ ਹੋਈ ਆ, ਸਾਡਾ ਆਪਸ 'ਚ ਫੈਸਲਾ ਹੋ ਚੁੱਕਿਆ, ਆਉਣ ਵਾਲੇ ਦਿਨਾਂ ਵਿੱਚ ਜਿਹੜਾ ਗੱਠਜੋੜ ਹੋ ਜਾਣਾ ਹੈ, ਅਸੀਂ ਇਕੱਠੇ ਹੋ ਕੇ ਚੋਣਾਂ ਲੜਾਂਗੇ। ਉਹ ਇਹ ਗੱਲ ਆਖੀ ਜਾਂਦੇ ਆ। ਉਸੇ ਟਾਈਮ ਪਰਵਿੰਦਰ ਇਹ ਗੱਲ ਕਹਿ ਰਹੇ ਨੇ, ਦੋਵਾਂ ਵੱਲੋਂ ਇੱਕ ਦੂਜੇ ਦੇ ਪ੍ਰਤੀ ਆਪਾ ਵਿਰੋਧੀ ਬਿਆਨ ਹੈਗੇ ਨੇ। ਉਹ ਕਹਿੰਦੇ ਆ ਵੀ ਉਹ ਕਹਿੰਦੇ ਆ ਉਹ ਨਹੀਂ। ਦੇਖੋ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈਗੀ ਆ ਬੜੇ ਹੋਰ ਤਰ੍ਹਾਂ ਦੀ ਬਣ ਰਹੀ ਹੈ। 2022 ਦੀਆਂ ਚੋਣਾਂ ਪਹਿਲਾਂ ਵਾਂਗੂ ਨਹੀਂ ਹੋਣਗੀਆਂ। 2022 ਦੀਆਂ ਚੋਣਾਂ ਧਰਮਿੰਦਰ ਵੱਖਰੇ ਤਰੀਕੇ ਨਾਲ ਹੋਣਗੀਆਂ। ਇੱਥੇ ਤੁਸੀਂ ਸੋਚ ਦੇਖ ਲਿਓ ਬਈ ਜੇਕਰ ਸਮਝੌਤਾ ਬ੍ਰਹਮਪੁਰਾ ਤੇ ਢੀਂਡਸਾ ਦਾ ਨਾ ਹੋਇਆ, ਬ੍ਰਹਮਪੁਰਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਡੈਂਟ ਪਾਏਗਾ ਅਕਾਲੀ ਦਲ ਨੂੰ, ਤੇ ਢੀਂਡਸਾ ਪਾਏਗਾ ਡੈਂਟ ਸੰਗਰੂਰ ਦੇ ਵਿੱਚ ਅਕਾਲੀ ਦਲ ਨੂੰ। ਅਕਾਲੀ ਦਲ ਨੂੰ ਕਰ ਰਿਹਾ ਮੈਂ ਤੁਹਾਨੂੰ, ਕਾਂਗਰਸ ਨੂੰ ਨਹੀਂ ਕਰ ਰਿਹਾ ਤੁਹਾਨੂੰ ਮੈਂ। ਤੇ ਅਗਲੀ ਗੱਲ ਆ ਗਈ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਡੈਂਟ ਪਾਊਗੀ
ਕਾਂਗਰਸ ਨੂੰ, ਉਹ ਕਾਂਗਰਸ ਦੇ ਵਾਲੇ ਪਾਸੇ ਹੋਏਗੀ। ਜੇਕਰ ਕੋਈ ਵੱਡਾ ਲੀਡਰ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਚਿਹਰਾ, ਚੁੰਬਕੀ ਚਿਹਰਾ ਆ ਜਾਂਦਾ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਤੌਰ ਤੇ ਪ੍ਰਚਾਰਿਆ ਜਾਂਦਾ, ਤਾਂ ਸ਼ਾਇਦ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਕੰਮ ਕਰ ਦੇਵੇ। ਨਹੀਂ ਤਾਂ ਆਮ ਆਦਮੀ ਪਾਰਟੀ ਦਾ ਅਜੇ ਪੰਜਾਬ ਵਿੱਚ ਪਹਿਲਾਂ ਵਾਲਾ ਅਸਰ ਰਸੂਖ ਨਹੀਂ ਰਿਹਾ। ਇਹ ਮੰਨ ਲੈਣਾ ਚਾਹੀਦਾ ਆਪਾਂ ਨੂੰ, ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਭਗਵੰਤ ਮਾਨ ਦੀ ਸਿਆਸਤ ਨੂੰ ਲੋਕ ਚੰਗਾ ਨਹੀਂ ਮੰਨ ਰਹੇ। ਭਗਵੰਤ ਮਾਨ ਦੀ ਸੁਣਦੇ ਆ ਲੋਕ। ਹੁਣ ਭਗਵੰਤ ਮਾਨ ਵੀ ਘੱਟ ਲੋਕਾਂ ਵੱਲੋਂ ਸੁਣੇ ਜਾਣ ਲੱਗ ਪਿਆ। ਪਹਿਲਾਂ ਵਾਂਗੂ ਨਹੀਂ ਰਿਹਾ, ਹੁਣ ਘੱਟ ਸੁਣਨ ਲੱਗ ਪਿਆ ਲੋਕ। ਤੇ ਕੋਈ ਨਵਾਂ ਚਿਹਰਾ ਆਵੇ, ਹੁਣ ਗੱਲ ਸੁਣਦੇ ਆ ਲੋਕ, ਨਵਜੋਤ ਦੀ ਗੱਲ ਸੁਣਦੇ ਆ ਲੋਕ। ਸੋ ਇਹ ਦੇਖੋ ਹੁਣ ਕਿਹੜੇ ਪਾਸੇ ਨੂੰ ਸਿਆਸਤ ਬਦਲੇਗੀ 2022 ਤੱਕ, ਕਿਹੜੇ ਪਾਸੇ ਨੂੰ ਜਾਣੀ ਆ, ਇਹ ਕੀ ਪਤਾ ਲੱਗਦਾ। ਪਰ ਇਹਨਾਂ ਚੋਣਾਂ ਦੇ ਵਿੱਚ ਬੀਜੇਪੀ ਦਾ ਬੁਰਾ ਹਾਲ ਹੋਣਾ ਹੈ, ਜਿਵੇਂ ਲੱਗ ਰਿਹਾ ਜੀ। ਬਿਲਕੁਲ, ਗੱਲ ਕੀਤੀ ਜਾਵੇ ਕਾਂਗਰਸੀ ਐਮਪੀ ਰਵਨੀਤ ਸਿੰਘ ਬਿੱਟੂ ਦੀ, ਤਾਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੇਂਦਰ ਨੇ ਖੇਤੀ ਕਾਨੂੰਨ ਵਾਪਸ ਨਾ ਲਏ ਤਾਂ ਅਸੀਂ ਕੇਂਦਰ ਨੂੰ ਪਾਣੀ ਤੇ ਬਿਜਲੀ ਦੇਣੀ ਬੰਦ ਕਰ ਦਿਆਂਗੇ। ਅਸਲ 'ਚ ਨਾ ਮੈਨੂੰ ਨਹੀਂ ਲੱਗਦਾ ਵੀ ਇਹ ਬੰਦਾ ਜਦਾਂ ਇਹਦੇ ਤੋਂ ਇਹਨੂੰ ਕੁਝ ਹੋਰ ਹੋ ਗਿਆ ਰਵਨੀਤ ਨੂੰ, ਜਾਂ ਇਹ ਬੰਦੇ ਨੂੰ ਕੋਈ ਹੋਰ ਸ਼ੈ ਮਿਲ ਚੁੱਕੀ ਹੈ ਕਿਤੋਂ। ਕਿੱਦਾਂ ਬੰਦ ਕਰ ਸਕਦਾ ਇਹ ਪਾਣੀ? ਇਹ ਕੰਮ ਹੈਗਾ ਪੰਜਾਬ ਸਰਕਾਰ ਦਾ, ਇਹ ਤਾਂ ਮੈਂਬਰ ਪਾਰਲੀਮੈਂਟ ਹੈ ਜੀ। ਤੇ ਕੀ ਕੈਪਟਨ ਅਮਰਿੰਦਰ ਸਿੰਘ ਨਾਲ ਇਹਨਾਂ ਦੀ ਇੰਨੀ ਬਣਦੀ ਆ ਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੀ ਮੰਨ ਲੈਣਗੇ? ਇਹ ਤਾਂ ਕਦੇ ਮੀਟਿੰਗ ਵਿੱਚ ਜਾਂਦੇ, ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਵਿੱਚ ਕਦੇ ਜਾਂਦੇ ਨੇ? ਉਹ ਨਹੀਂ ਜਾਂਦੇ, ਮੈਂ ਕਦੇ ਦੇਖੇ ਨਹੀਂ। ਇਹ ਕਿਹੜੇ ਲਹਿਜੇ ਨਾਲ ਆਖੀ ਜਾਂਦੇ ਆ ਜੀ ਅਸੀਂ ਕੇਂਦਰ ਸਰਕਾਰ ਦਾ ਉੱਧਰ ਦਾ ਪਾਣੀ ਬੰਦ ਕਰ ਦਿਆਂਗੇ, ਬਿਜਲੀ ਬੰਦ ਕਰ ਦਿਆਂਗੇ, ਡੈਮਾਂ ਵਾਲੇ ਅਸੀਂ ਇਹ ਕਰ ਦਿਆਂਗੇ, ਵਾਹ ਕਰ ਦਿਆਂਗੇ, ਪਤਾ ਨਹੀਂ ਕੀ ਕੁਝ ਆਖੀ ਜਾਂਦੇ ਆ ਇਹ। ਨਾਲੇ ਇਹ ਵੀ ਆਖੇ ਜਾਂਦੇ ਆ ਕਿ ਮੋਦੀ ਦਾ ਬੜੇ ਕੁਝ ਵੀ ਕਰ ਸਕਦੇ ਨੇ ਜੀ। ਮੋਦੀ ਦਾ ਰਾਸ਼ਟਰਪਤੀ ਰਾਜ ਲਾਗੂ ਕਰ ਸਕਦੇ ਨੇ ਪੰਜਾਬ ਦੇ ਵਿੱਚ। ਇਹ ਕਿਹੜੇ ਪਾਸੇ ਨੂੰ ਤੁਰ ਪਏ ਨੇ ਰਵਨੀਤ ਬਿੱਟੂ? ਕਿਤੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਤਾਂ ਨਹੀਂ ਇਹ ਕੋਈ ਸਾਜ਼ਿਸ਼ ਰਚ ਰਹੇ ਜੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਕੇਂਦਰ ਸਰਕਾਰ ਵੱਲੋਂ ਕੋਈ ਕੀਤਾ ਜਾਵੇ ਵੀ? ਕਿਉਂਕਿ ਇਹ ਬਿਆਨ ਇਹਨਾਂ ਦੇ ਹੱਥ ਵੱਸਦੇ ਹੈ ਹੀ ਨਹੀਂਗੇ। ਜਿਵੇਂ ਸੁਖਬੀਰ ਬਾਦਲ ਨੇ ਪਹਿਲਾਂ ਕਿਹਾ ਸੀ ਸਾਡੇ ਕੋਲੇ ਇੰਨੀ ਸਰਪਲਸ ਬਿਜਲੀ ਹੋ ਜਾਣੀ ਹੈ ਨਾ, ਅਸੀਂ ਬਿਜਲੀ ਪਾਕਿਸਤਾਨ ਨੂੰ ਦਿਆ ਕਰਾਂਗੇ। ਕਹਿੰਦੇ ਦੱਸੋ ਸੁਖਬੀਰ ਬਾਦਲ ਦੇ ਹੱਥ 'ਚ ਹੈਗਾ ਜੀ ਗੱਲ? ਇਹ ਉਹ ਤਾਂ ਕੇਂਦਰ ਸਰਕਾਰ ਦਾ ਮੁੱਦਾ ਹੈਗਾ। ਉਹ ਤਾਂ ਸੁਖਬੀਰ ਨੇ ਥੋੜਾ ਦੇਣੀ ਹੈ ਬਿਜਲੀ ਪਾਕਿਸਤਾਨ ਨੂੰ। ਵੀ ਹੁਣ ਜੇਕਰ ਪੰਜਾਬ ਵਿੱਚੋਂ ਬਿਜਲੀ ਪਾਣੀ ਬੰਦ ਕਰਨਾ ਤਾਂ ਉਹ ਸਰਕਾਰ ਦਾ ਮਾਮਲਾ ਹੈਗਾ, ਨਾ ਕਿ ਬਿੱਟੂ ਦਾ ਮਾਮਲਾ ਹੈਗਾ। ਬਿੱਟੂ ਪਤਾ ਨਹੀਂ ਇਹੋ ਜਿਹੇ ਬਿਆਨ ਕਿਉਂ ਦੇਈ ਜਾਂਦੇ ਆ, ਪਰ ਲੋਕ ਸੁਣਦੇ ਆ ਅੱਜ ਕੱਲ੍ਹ ਲੋਕਾਂ ਵੱਲੋਂ। ਹੈ ਅਸੀਂ ਇਹ ਸਾਡਾ ਪ੍ਰੋਗਰਾਮ ਦਾ ਮਤਲਬ ਹੀ ਇਹ ਆ ਵੀ ਜਿਹੜੇ ਅੰਦਰਲੀ ਗੱਲ ਆ ਉਹ ਦੱਸੀ ਤੁਹਾਨੂੰ, ਵੀ ਜਿਹੜੇ ਬਿਆਨ ਲੋਕ ਦਿੰਦੇ ਆ ਲੀਡਰ ਨਾ, ਇਹ ਲੀਡਰ ਦੇ ਬਿਆਨਾਂ ਦਾ ਮਤਲਬ ਕੀ ਹੁੰਦਾ, ਇਹਦਾ ਪ੍ਰਭਾਵ ਕੀ ਹੈ, ਕਿੱਥੇ ਪ੍ਰਭਾਵ ਜਾਂਦਾ ਇਹਦਾ ਕੋਈ ਮਤਲਬ ਹੀ ਨਹੀਂ। ਬਿੱਟੂ ਦਾ ਇਹ ਬਿਆਨ ਦੇਣ ਦਾ ਕੋਈ ਕੰਮ ਹੀ ਨਹੀਂ ਬਣਦਾ, ਪਰ ਇਹ ਦੇਈ ਜਾਂਦਾ ਬਿਆਨ। ਬਿਲਕੁਲ। ਗੱਲ ਕੀਤੀ ਜਾਵੇ ਸ਼੍ਰੋਮਣੀ ਕਮੇਟੀ ਦੀ, ਤਾਂ ਸ਼੍ਰੋਮਣੀ ਕਮੇਟੀ ਵੱਲੋਂ ਖਾੜਕੂ ਮਹਿੰਗਾ ਸਿੰਘ ਬੱਬਰ ਅਤੇ ਕੀਰਤਨੀਏ ਭਾਈ ਅਵਤਾਰ ਸਿੰਘ ਪਾਰੋਵਾਲ ਦੀ ਤਸਵੀਰ ਪੰਥਕ ਰਵਾਇਤਾਂ ਦੇ ਨਾਲ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸੁਸ਼ੋਭਿਤ ਕੀਤੀ ਗਈ ਹੈ। ਕੀ ਹੈ ਸਾਰਾ ਮਾਮਲਾ, ਕੀ ਕਾਰਨ ਰਹੇ, ਸਾਰਾ ਤੁਸੀਂ? ਅਸਲ 'ਚ ਨਾ ਧਰਮਿੰਦਰ, ਜਿਹੜਾ ਮਹਿੰਗਾ ਸਿੰਘ ਸਾਡੇ ਬੱਬਰ ਹੈਗੇ ਆ ਨਾ, ਸਾਡੇ ਖਾੜਕੂ ਸੀਗੇ ਤੇ ਸੰਤ ਭਿੰਡਰਾਂ ਵਾਲਿਆਂ ਨਾਲ ਰਹਿੰਦੇ ਸੀ ਉਹ ਜੀ। ਤੇ ਸਭ ਤੋਂ ਪਹਿਲਾਂ ਇਹ ਬੰਦੇ ਸ਼ਹੀਦ ਹੋਏ ਸੀ ਦਰਬਾਰ ਸਾਹਿਬ ਦੇ ਵਿੱਚ ਜੀ, ਸਭ ਤੋਂ ਪਹਿਲਾਂ। ਤੇ ਖਾੜਕੂ ਸੀਗੇ, ਇਹ 'ਚ ਕੋਈ ਦੋ ਰਾਵਾਂ ਨਹੀਂ ਗਈਆਂ। ਖਾੜਕੂਆਂ ਦੀ ਤਸਵੀਰ ਦਰਬਾਰ ਸਾਹਿਬ ਦੇ ਅਜਾਇਬ ਘਰ ਵਿੱਚ ਸ਼ੋਭਿਤ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਉਹ ਵੀ ਉਸ ਵੇਲੇ ਜਦੋਂ 2020 ਚੱਲ ਰਿਹਾ ਉਸ ਵੇਲੇ ਕਰਨਾ, ਤਾਂ ਹੁਣ ਇੰਜ ਲੱਗ ਰਿਹਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੁੜ ਕੇ ਫਿਰ ਪੰਥਕ ਰਵਾਇਤਾਂ ਵੱਲ ਨੂੰ ਮੁੜਨ ਲੱਗ ਪਈ ਆ, ਪੰਥਕ ਕੰਮ ਕਰਨ ਲੱਗ ਪਈ ਆ। ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਇਹ ਖੜਕਾ ਦੜਕਾ ਹੋਣ ਲੱਗਿਆ ਹੋਇਆ ਜੀ, ਪੰਜਾਬ ਦੇ ਵਿੱਚ ਜਿਹੜਾ ਕਿ ਖਾੜਕੂ ਬਾਅਦ ਮੂੰਹ ਸਿਰ ਚੱਕ ਰਿਹਾ ਜੀ। ਬਲਵਿੰਦਰ ਸਿੰਘ ਕਾਮਰੇਡ ਦੀ ਹੱਤਿਆ ਹੋ ਗਈ ਆ, ਗੋਲੀਆਂ ਮਾਰ ਕੇ ਮਾਰਤਾ, ਬੰਦੇ ਤੱਕ ਫੜੇ ਨਹੀਂ ਗਏ ਜੀ, ਪਤਾ ਨਹੀਂ ਕਿੱਥੇ ਗੁੰਮ ਹੋ ਗਏ ਬੰਦੇ ਅਜੇ ਤੱਕ ਉਹ। ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਕਿਸਾਨੀ ਸੰਘਰਸ਼ ਚੱਲ ਰਿਹਾ ਜੀ। ਅਗਲੀ ਗੱਲ ਤੁਹਾਨੂੰ ਹੋਰ ਦੱਸਦਾ ਵੀ ਇੱਥੇ ਕਈ ਸਾਰੇ ਨੌਜਵਾਨਾਂ ਨੂੰ ਫੜਫੜੇ ਖਾਲਸਤਾਨ ਨਾਂ ਦੇ ਅੰਦਰ ਗਿਰਿਆ ਪਿਆ ਜੀ, ਸੁੱਤਿਆ ਪਿਆ ਬੰਦਿਆਂ ਨੂੰ ਜੋ ਆਪਾਂ ਲਾ ਕੇ। ਸੋ ਮੇਰਾ ਕਹਿਣ ਦਾ ਭਾਵ ਹੈਗਾ, ਉਦੋਂ ਖਾੜਕੂ ਦੀ ਫੋਟੋ ਅਜਾਇਬ ਘਰ ਵਿੱਚ ਲਾਉਣਾ, ਖਾੜਕੂ ਦੀ ਫੋਟੋ ਉਦੋਂ ਅਜਾਇਬ ਘਰ ਵਿੱਚ ਲਾਉਣਾ ਇੱਕ ਵੱਖਰੇ ਤਰ੍ਹਾਂ ਦਾ ਇੱਕ ਸੰਬੰਧ ਲੱਗਿਆ, ਕਿਉਂਕਿ ਇੰਜ ਲੱਗਦਾ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਹੁਣ ਨਾ ਪੰਥਕ ਰਵਾਇਤਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰ ਰਹੀ ਆ, ਇੰਜ ਲੱਗ ਰਿਹਾ ਮੈਨੂੰ। ਮੁੜ ਕੇ ਉਧਰਲੇ ਪਾਸੇ ਆਉਣਾ ਚਾਹੁੰਦੀ ਆ, ਆਉਣਾ ਚਾਹੀਦਾ। ਖਾੜਕੂਆਂ ਦੀ ਫੋਟੋ ਲਾਉਣਾ ਕੋਈ ਮਾੜੀ ਗੱਲ ਨਹੀਂ ਹੈਗੀ, ਖਾੜਕੂਆਂ ਦੀ ਫੋਟੋਆਂ ਵੀ ਲਾਓ, ਕੋਈ ਦਿੱਕਤ ਦੀ ਗੱਲ ਨਹੀਂ, ਸਭ ਦੀ ਫੋਟੋ ਲਾਉਣੀ ਚਾਹੀਦੀ ਆ। ਦੂਜੀ ਇੱਕ ਗੱਲ ਜ਼ਰੂਰ ਹੈ ਵੀ ਤੁਸੀਂ ਜਿਹੜਾ ਪਿੰਡਾਂ ਦੇ ਵਿੱਚ ਨਾ
ਜਿਹੜਾ ਪਿੰਡਾਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਤੁਸੀਂ ਖੁਦ ਹੈਗੇ ਹੋ, ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈਗੇ ਹੋ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੈਗੇ ਹੋ, ਤੁਹਾਨੂੰ ਵੀ ਗੁਰੂ ਗ੍ਰੰਥ ਸਾਹਿਬ ਤੇ ਪੰਥਕ ਰਵਾਇਤਾਂ ਮੁਤਾਬਕ ਚੱਲਣਾ ਚਾਹੀਦਾ, ਤਾਂ ਹੀ ਪੰਥ ਵੱਲ ਆਏਗਾ। ਤੁਹਾਨੂੰ ਵੀ ਜਿਹੜੇ ਸਾਡੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈਗੇ ਆ, ਕਿ ਉਹਨਾਂ ਨੇ ਅੰਮ੍ਰਿਤ ਛਕ ਲਿਆ, ਕਿ ਅੰਮ੍ਰਿਤ ਛਕਣ ਦੇ ਵਿੱਚ ਪਰਪੱਕ ਹੈਗੇ ਆ ਉਹ ਵੀ ਅੰਮ੍ਰਿਤ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਅੰਮ੍ਰਿਤਧਾਰੀ ਹੋਣਾ ਚਾਹੀਦਾ, ਇਹ ਸੰਵਿਧਾਨ ਦੇ ਵਿੱਚ ਹੈਗਾ। ਸੋ ਕੀ ਉਹ ਹੈਗਾ? ਤਾਂ ਕਹਿਣ ਦਾ ਭਾਵ ਚੰਗੀ ਗੱਲ ਹੈ, ਸ਼੍ਰੋਮਣੀ ਕਮੇਟੀ ਨੇ ਮਹਿੰਗਾ ਸਿੰਘ ਬੱਬਰ ਦੀ ਫੋਟੋ ਲਾਈ ਆ ਅਜਾਇਬ ਘਰ ਦੇ ਵਿੱਚ, ਅੱਛੀ ਗੱਲ ਹੈ, ਤੇ ਇਹਦਾ ਸਾਰੇ ਹੀ ਲੋਕ ਤਾਰੀਫ ਕਰਨਗੇ, ਚੰਗੀ ਗੱਲ ਕਹਿਣਗੇ, ਤੇ ਪਰ ਸਾਰੇ ਪੱਖਾਂ ਨੂੰ ਵੀ ਨਾਲ ਲੈ ਕੇ ਤੁਰਨਾ ਚਾਹੀਦਾ। ਬਿਲਕੁਲ। ਅਕੀਦਾ ਸਾਹਿਬ, ਗੱਲ ਕੀਤੀ ਜਾਵੇ ਟਵਿੱਟਰ ਦੀ, ਤਾਂ ਟਵਿੱਟਰ ਦੇ ਉੱਤੇ ਲੋਕ ਆਪਣੇ ਟਵੀਟ ਕਰਦੇ ਨੇ, ਆਪਣੇ ਵਿਚਾਰ ਸਾਂਝੇ ਕਰਦੇ ਨੇ। ਇੱਥੇ ਹੀ ਇੱਕ ਹੁਣ ਜਿਹੜਾ ਚੀਨ ਤੇ ਭਾਰਤ ਦਾ ਵਿਵਾਦ ਚੱਲ ਰਿਹਾ, ਉਸ ਨੂੰ ਲੈ ਕੇ ਵੀ ਟਵਿੱਟਰ ਵੱਲੋਂ ਜਿਹੜਾ ਨਕਸ਼ਾ ਦਿਖਾਇਆ ਗਿਆ, ਉਹਦੇ ਵਿੱਚ ਲੇਹ ਲਦਾਖ ਹੈ ਨਾ, ਲੇਹ ਨੂੰ ਜਿਹੜਾ ਚੀਨ ਦਾ ਹਿੱਸਾ ਦੱਸਿਆ ਗਿਆ, ਤੇ ਇਸ ਤੇ ਜਿਹੜਾ ਭਾਰਤ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਹੈ। ਕੀ ਹੈ ਸਾਰਾ ਮਾਮਲਾ? ਕਿਵੇਂ ਲੱਗਦਾ ਹੈ ਕਿ ਇੱਥੇ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਜੀ। ਧੰਨਵਾਦ ਸਰ, ਮੈਂ ਕੁਲਦੀਪ ਬੋਲ ਰਿਹਾ ਮੋਗਾ ਤੋਂ ਜੀ। ਜੀ ਕੁਲਦੀਪ ਜੀ। ਜੀ ਅੱਜ ਮੈਂ ਗੱਲ ਕਰੂੰਗਾ ਆਜ਼ਾਦੀ ਦੀ। ਅਸੀਂ ਕਹਿ ਰਹੇ ਹਾਂ ਆਜ਼ਾਦੀ ਹੈ, 15 ਅਗਸਤ ਵੀ ਮਨਾਉਂਦੇ ਆ ਕਿ ਅਸੀਂ ਆਜ਼ਾਦ ਹੋ ਗਏ। ਇੱਥੇ ਆਜ਼ਾਦ ਕੌਣ ਹੈ? ਇੱਥੇ ਸਾਡੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੇ ਅੱਜ ਹਾਲਾਤ ਨੇ, ਇੱਥੇ ਬਲਾਤਕਾਰੀ ਆਜ਼ਾਦ ਨੇ, ਟਰਾਂਸਪੋਰਟ ਮਾਫੀਆ ਉਹ ਆਜ਼ਾਦ ਹੈ, ਰੇਤ ਮਾਫੀਆ, ਸ਼ਰਾਬ ਮਾਫੀਆ ਇਹ ਆਜ਼ਾਦ ਨੇ। ਦੂਸਰਾ, ਇਹ ਜਿਹੜਾ ਸੰਵਿਧਾਨ ਬਣਾਇਆ ਜਾਂਦਾ, ਇਹ ਲੋਕਾਂ ਦੇ ਹਿੱਤਾਂ ਲਈ ਬਣਾਏ ਜਾਂਦੇ ਆ। ਸੰਵਿਧਾਨ ਹੈ ਬਾਬਾ ਅੰਬੇਦਕਰ ਜੀ ਨੇ ਬਣਾਇਆ, ਉਹ ਸੰਵਿਧਾਨ ਹੈ ਜੀ। ਅੱਜ ਕੱਲ੍ਹ ਜਿਹੜਾ ਸੰਵਿਧਾਨ ਬਣਾਇਆ ਜਾਂਦਾ, ਕਿਉਂਕਿ ਭਾਰਤ ਦੇ ਵਿੱਚ ਕੋਈ ਵੀ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ, ਜਦ ਕੋਈ ਵੀ ਭਾਰਤ ਦੇ ਵਿੱਚ ਜਾਂ ਭਾਰਤ ਦੇ ਆਵਾਸੀ ਹੈ ਜਾਂ ਕੋਈ ਬਾਹਰੋਂ ਆਉਂਦਾ ਜੀ, ਉਹ ਸੰਵਿਧਾਨ ਦੇ ਵਿੱਚ ਢਾਲਿਆ ਜਾਂਦਾ, ਉਹਦੇ ਤੇ ਲਾਗੂ ਹੋ ਜਾਂਦਾ ਕੋਈ ਵੀ ਸੰਵਿਧਾਨ ਹੈ। ਜਿਹੜੇ ਸੰਵਿਧਾਨ ਅੱਜ ਬਣਾਏ ਜਾ ਰਹੇ ਨਰਿੰਦਰ ਮੋਦੀ ਸਰਕਾਰ ਵੱਲੋਂ, ਇਹ ਬਣਾਏ ਜਾ ਰਹੇ ਆ ਜਾਂ ਥੋਪੇ ਜਾ ਰਹੇ ਆ, ਇਹਦਾ ਕੋਈ ਸਮਝ ਨਹੀਂ ਹੈ। ਦੇਖੋ ਇਹ ਕਿਹਦੇ ਲਈ ਹੈ? ਇਹ ਸਿਰਫ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਹੈਗੇ ਆ, ਇਹ ਸਿਰਫ ਉਹਨਾਂ ਨੂੰ ਮੁੱਖ ਰੱਖ ਕੇ ਇਹ ਬਣਾਏ ਜਾ ਰਹੇ ਆ। ਬਿਲਕੁਲ ਕੁਲਦੀਪ ਜੀ। ਕੁਲਦੀਪ ਜੀ ਸਾਡੇ ਨਾਲ ਰੋਜ਼ਾਨਾ ਆਪਣੇ ਵਿਚਾਰ ਸਾਂਝੇ ਕਰਦੇ ਨੇ, ਸਾਡੇ ਰੈਗੂਲਰ ਕਾਲਰ ਨੇ। ਇਹਨਾਂ ਵੱਲੋਂ ਜਿਹੜੇ ਮੁੱਦੇ ਚੁੱਕੇ ਜਾਂਦੇ ਨੇ ਬੜੇ ਅਹਿਮ ਹੁੰਦੇ ਨੇ, ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਦੇ ਹਾਂ। ਹੁਣ ਇਹਨਾਂ ਨੇ ਇੱਕ ਆਜ਼ਾਦੀ ਦਾ ਮੁੱਦਾ ਚੁੱਕਿਆ ਹੈ ਕਿ ਅਸੀਂ ਅਜੇ ਵੀ ਆਜ਼ਾਦ ਨਹੀਂ, ਕਿਉਂਕਿ ਜਿਸ ਤਰ੍ਹਾਂ ਦੀਆਂ ਸਰਕਾਰਾਂ ਸਾਡੇ ਦੇਸ਼ ਦੇ ਵਿੱਚ ਚੱਲਦੀਆਂ ਨੇ, ਚਾਹੇ ਉਹ ਸੂਬਾ ਪੱਧਰ 'ਤੇ ਹੋਣ, ਚਾਹੇ ਉਹ ਕੇਂਦਰ ਦੀਆਂ ਸਰਕਾਰਾਂ ਹੋਣ, ਉਹਨਾਂ ਵੱਲੋਂ ਜਿਹੜੇ ਕਾਨੂੰਨ ਬਣਾਏ ਨਹੀਂ, ਇਹਨਾਂ ਦਾ ਕਹਿਣਾ ਹੈ ਕਿ ਉਹ ਥੋਪੇ ਜਾਂਦੇ ਨੇ। ਹਾਂ, ਨਹੀਂ ਅਸਲ 'ਚ ਹੁੰਦਾ ਤਾਂ ਇਦਾਂ ਹੀ ਹੈ ਨਾ। ਕੁਲਦੀਪ ਹੁਣੀ ਜਿਹੜੀ ਗੱਲ ਕਹਿ ਰਿਹਾ ਵੀ ਥੋਪਦੇ ਆ ਸਾਡੇ ਤੇ ਕਾਨੂੰਨ, ਕਿ ਗੱਲ ਤਾਂ ਇਦਾਂ ਹੀ ਹੁੰਦੀ ਹੈ ਨਾ। ਇਹ ਗੱਲ ਸਹੀ ਹੈ ਗੱਲ ਕੁਲਦੀਪ ਦੀ ਜੀ। ਹੁਣ ਦੇਖੋ ਜਿਹੜਾ ਬਿੱਲ ਬਣਾਇਆ ਨਾ ਇਹਨਾਂ ਨੇ ਖੇਤੀ ਦਾ, ਆਹ ਥੋਪੇ ਜਾ ਠੋਕੇ ਜਾ ਰਹੇ ਨੇ ਸਾਡੇ ਤੇ। ਬਿਲਕੁਲ, ਜਦਕਿ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਤੇ ਬਿੱਲ ਬਣਨ। ਸਾਰਾ ਕਿਸਾਨ ਵਿਰੋਧ ਹੈਗਾ, ਕਰਨਾਟਕ ਤੋਂ ਲੈ ਕੇ ਪੰਜਾਬ ਤੱਕ ਕਿਸਾਨਾਂ ਦੇ ਵਿੱਚ ਵਿਰੋਧਤਾ ਹੈਗੀ ਆ ਜੀ। ਬਿੱਲ ਪਾਸ ਹੋ ਗਿਆ ਵਿਰੁੱਧ ਵਿਧਾਨ ਸਭਾ ਦੇ ਵਿੱਚ, ਉਹਦੇ ਵਿੱਚ ਕੋਈ ਐਡਾ ਬੜਾ ਨਹੀਂ। ਪਰ ਨਾਲ ਇਸ ਤਰ੍ਹਾਂ ਤੇ ਉਹਨਾਂ ਨੇ ਵੀ ਟਵੀਟ ਕੀਤਾ ਹੈਗਾ, ਗਹਿਲੋਤ ਨੇ, ਰਾਜਸਥਾਨ ਦੇ ਮੁੱਖ ਮੰਤਰੀ ਨੇ, ਵੀ ਅਸੀਂ ਵੀ ਪੰਜਾਬ ਵਾਲਿਆਂ ਵਾਂਗੂ ਉਸੇ ਤਰ੍ਹਾਂ ਹੀ ਬਿੱਲ ਪਾਸ ਕਰਨ ਲੱਗੇ ਆ ਵਿਧਾਨ ਸਭਾ ਦੇ ਵਿੱਚ ਜੀ। ਤੇ ਇਸ ਤਰ੍ਹਾਂ ਵੱਖ-ਵੱਖ ਥਾਵਾਂ ਤੇ ਬਿੱਲ ਪਾਸ ਹੋਣ ਲੱਗ ਪਏ ਆ ਉਹ। ਪਰ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਹਦਾ ਮਤਲਬ ਮੋਦੀ ਸਰਕਾਰ ਕਿਸਾਨਾਂ ਦੇ ਉੱਪਰ ਬਿੱਲ ਥੋਪ ਰਹੀ ਹੈ ਜੀ। ਇੱਕ ਗੱਲ ਨਹੀਂ, ਹੋਰ ਵੀ ਬਹੁਤ ਸਾਰੇ ਬਿੱਲ ਦੋਸਤ ਹੈਗੇ ਆ ਜਿਹੜੇ ਕਿ ਬਹੁਤ ਸਾਰੇ ਬਿੱਲ ਥੋਪੇ ਗਏ ਆ। ਗੱਲ ਸਹੀ ਕਿਹਾ ਕੁਲਦੀਪ ਨੇ, ਬਹੁਤ ਸਾਰੇ ਬਿੱਲ ਸਾਡੇ ਤੋਂ ਥੋਪੇ ਜਾਂਦੇ ਆ। ਇੱਕ ਵਾਰ ਕੁਲਦੀਪ ਜੀ ਫਿਰ ਸਾਡੇ ਨਾਲ ਜੁੜੇ ਨੇ। ਹੈਲੋ ਸਰ, ਫੋਨ ਕੱਟ ਗਿਆ ਸੀ ਵਿੱਚੋਂ ਜੀ। ਤੇ ਜਿਸ ਤਰ੍ਹਾਂ ਅਸੀਂ ਜਿਹੜੇ ਲੋਕ ਹੈ ਜੀ ਦੇ, ਅਸੀਂ ਵੀ ਇੰਨੇ ਮੈਨੂੰ ਲੱਗਦਾ ਕਹਿ ਰਹੇ ਆ ਜਾਗਰੂਕ ਹੈ, ਕੋਈ ਜਾਗਰੂਕ ਨਹੀਂ ਹੈ। ਇੰਨੇ ਅਸੀਂ ਵੀ ਢੀਠ ਹੋ ਚੁੱਕੇ ਆ। ਜਿਹੜੀ ਬੇਰੁਜ਼ਗਾਰੀ ਦੀ ਮਾਰ ਹੈ ਉਹ ਪੰਡ ਸਾਡੇ ਸਿਰ ਤੇ ਹੈ। ਮਹਿੰਗਾਈ ਦੀ ਪੰਡ ਜਿਹੜੀ ਉਹ ਸਾਡੇ ਸਿਰ ਤੇ ਹੈ, ਕਰਜ਼ੇ ਸਾਡੇ ਸਿਰ ਤੇ ਹੈ। ਸਿਹਤ ਸਹੂਲਤਾਂ ਸਾਨੂੰ ਨਹੀਂ ਮਿਲ ਰਹੀਆਂ, ਐਜੂਕੇਸ਼ਨ ਸਾਨੂੰ ਨਹੀਂ ਮਿਲ ਰਹੀ। ਤੇ ਅਸੀਂ ਫਿਰ ਵੀ ਕਹਿ ਰਹੇ ਹਾਂ ਕਿੰਨੇ ਮਹਾਨ ਭਾਰਤ ਦੇ ਵਿੱਚ ਅਸੀਂ ਰਹੇ ਹਾਂ, ਵਾਸੀ ਹਾਂ, ਤੇ ਅਸੀਂ ਫਿਰ ਵੀ ਕਹਿ ਰਹੇ ਹਾਂ ਅਸੀਂ ਆਜ਼ਾਦ ਹੈ। ਜਨਮ ਦਿਹਾੜੇ ਦੀਆਂ ਅਸੀਂ ਮੁਬਾਰਕਾਂ ਦਿੰਦੇ ਹਾਂ ਜੀ। ਠੀਕ ਹੈ ਜੀ। ਦੂਸਰਾ ਇਹ ਜਿਸ ਤਰ੍ਹਾਂ ਸੰਵਿਧਾਨ ਹੈ, ਸੰਵਿਧਾਨ ਜਿਹੜਾ ਜਿਸ ਤਰ੍ਹਾਂ ਸਕੂਲ ਹੈ, ਐਜੂਕੇਸ਼ਨ ਹਰ ਬੱਚਾ ਪੜ੍ਹਦਾ, ਸੰਵਿਧਾਨ ਬਾਰੇ ਜਾਣਕਾਰੀ ਹਰ ਬੱਚੇ ਨੂੰ ਹੋਣੀ ਚਾਹੀਦੀ ਹੈ। ਜਿਹੜਾ ਕੋਈ ਵੀ ਨਾਗਰਿਕ ਆ ਭਾਰਤ ਦਾ, ਉਹਨੂੰ ਹੋਣੀ ਚਾਹੀਦੀ ਹੈ। ਸੰਵਿਧਾਨ ਬਾਰੇ ਜਾਗਰੂਕ ਹੋਣਾ ਚਾਹੀਦਾ ਤੇ ਨਾ ਸੰਵਿਧਾਨ ਬਾਰੇ ਕੋਈ ਪੜ੍ਹਾਇਆ ਜਾਂਦਾ ਸਾਡੇ ਸਕੂਲਾਂ ਦੇ ਵਿੱਚ। ਜਿਹੜਾ ਇਤਿਹਾਸ ਹੈ, ਇਤਿਹਾਸ ਨੂੰ ਦੇਖੋ, ਜਿਹੜਾ ਸਿੱਖ ਇਤਿਹਾਸ ਹੈਗਾ ਬਹੁਤ ਵੱਡਾ ਇਤਿਹਾਸ ਹੈਗਾ,
ਉਹਨੂੰ ਤੋੜ ਮਰੋੜ ਕੇ ਪੇਸ਼ ਕਰਦੇ ਆ। ਸਿਰਫ ਹੀਰ ਰਾਂਝੇ ਦੇ ਕਿੱਸੇ ਦਾ ਸਕੂਲਾਂ ਦੇ ਵਿੱਚ ਪੜ੍ਹਾ ਦਿੰਦੇ ਆ, ਪਰ ਸਾਡੇ 10 ਗੁਰੂਆਂ ਦੀ ਬਾਣੀ ਉਹ ਨਹੀਂ ਪੜ੍ਹਾ ਰਹੇ। ਦੂਸਰੇ ਪੰਜਾਬ ਦੇ ਜਿਹੜੇ ਹਾਲਾਤ ਆ, ਲਾਅ ਐਂਡ ਆਰਡਰ ਜਿਹੜਾ ਜੀ ਇੰਨੀ ਸਥਿਤੀ ਮਾੜੀ ਆ, ਦੇਖ ਲਓ ਜੀ, ਕੋਈ ਕੁਛ ਨਹੀਂ ਕਰ ਰਿਹਾ। ਜਿਹੜਾ ਸੰਵਿਧਾਨ ਬਣਿਆ ਹੋਇਆ ਸਿਰਫ ਜਿਹੜੇ ਵੱਡੇ ਲੋਕ ਹੈਗੇ ਆ ਉਹਨਾਂ ਦੇ ਹਿੱਤਾਂ ਲਈ ਬਣਿਆ ਹੋਇਆ। ਕਿਉਂਕਿ ਨਾਰਮਲ ਬੰਦਾ ਕੋਈ ਵੀ ਉਹ ਕ੍ਰਾਈਮ ਕਰਦਾ ਹੈ, ਉਹਦੇ ਤੇ ਪਹਿਲਾਂ ਪਰਚਾ ਉਸੇ ਟਾਈਮ ਦਰਜ ਹੋ ਜਾਂਦਾ। ਇਹੀ ਕੰਮ ਜੇ ਕੋਈ ਜਿਸ ਤਰ੍ਹਾਂ ਕੋਈ ਵੀ ਵੱਡਾ, ਜਿਸ ਤਰ੍ਹਾਂ ਸਮੇਤ ਸੈਣੀ ਜੀ, ਇਹ ਚਲੋ ਹੁਣ ਜਿਹੜਾ ਕੋਟਕਪੂਰਾ ਕਾਂਡ ਹੋਇਆ ਉਹਦੇ ਵਿੱਚ ਵੀ ਇਹਨਾਂ ਦਾ ਨਾਮ ਆਇਆ। ਦੇਖੋ ਕਿਸ ਤਰ੍ਹਾਂ ਇਹ ਅਦਾਲਤ ਦੇ ਵਿੱਚ ਨਹੀਂ ਪੇਸ਼ ਹੋ ਰਹੇ, ਸੈੱਟ ਅੱਗੇ ਨਹੀਂ ਪੇਸ਼ ਹੋ ਰਹੇ, ਇਹ ਸੰਵਿਧਾਨ ਦੀਆਂ ਕਿਸ ਤਰ੍ਹਾਂ ਧੱਜੀਆਂ ਉਡਾ ਰਹੇ ਆ। ਇਹ ਸਿਰਫ ਜਿਹੜਾ ਵੱਡੇ ਘਰਾਣਿਆਂ ਲਈ ਜਿਹੜਾ ਸੰਵਿਧਾਨ ਹੋਰ ਕੁਛ ਕਹਿੰਦਾ ਹੈ, ਜਿਹੜੇ ਆਮ ਆਦਮੀ, ਆਮ ਕੋਈ ਵੀ ਇਨਸਾਨ ਹੈਗਾ ਉਹਦੇ ਲਈ ਸੰਵਿਧਾਨ ਅਲੱਗ ਹੈ, ਕਿਉਂਕਿ ਉਹਦੇ ਤੇ ਤਾਂ ਤੁਰੰਤ FIR ਹੋ ਜਾਂਦੀ। ਜਿਹੜਾ ਆਮ ਆਦਮੀ ਹੈ, ਜਿਹੜੇ ਵੱਡੇ ਆ, ਉਹਨਾਂ ਨੂੰ ਅਦਾਲਤਾਂ ਨੂੰ ਹੁਕਮ ਦੇਣੇ ਪੈਂਦੇ ਆ ਵੀ ਇਹਨਾਂ ਤੇ FIR ਦਰਜ ਕਰੋ। ਜੀ ਬਿਲਕੁਲ ਕੁਲਦੀਪ ਜੀ, ਤੁਹਾਡੇ ਜਿਹੜੇ ਵਿਚਾਰ ਨੇ ਬੜੇ ਅਹਿਮ ਨੇ ਸਾਡੇ ਲਈ, ਕਿਉਂਕਿ ਅਸੀਂ ਪਿਛਲੀ ਵਾਰ ਵੀ ਗੱਲ ਕੀਤੀ ਕਿ ਜਿਸ ਤਰ੍ਹਾਂ ਤੁਸੀਂ ਸੂਝਵਾਨ ਹੋ, ਜਾਗਰੂਕ ਹੋ ਆਪਣੇ ਹੱਕਾਂ ਪ੍ਰਤੀ, ਆਪਣੇ ਅਧਿਕਾਰਾਂ ਪ੍ਰਤੀ, ਆਪਣੇ ਜਿਹੜੇ ਆਲੇ ਦੁਆਲੇ ਜੋ ਵੀ ਵਾਪਰਦਾ ਉਹਦੇ ਪ੍ਰਤੀ ਤੁਸੀਂ ਬੜੇ ਜਾਗਰੂਕ ਹੋ। ਅਸੀਂ ਪਿਛਲੀ ਵਾਰੀ ਵੀ ਮੰਚ ਤੋਂ ਇਹੀ ਗੱਲ ਕੀਤੀ ਸੀ ਕਿ ਤੁਸੀਂ ਜਾਂ ਤੁਹਾਡੇ ਵਰਗੇ ਜਿਹੜੇ ਲੋਕ ਨੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਨੇ, ਉਹ ਹੋਰ ਲੋਕਾਂ ਨੂੰ ਵੀ ਲਾਮਬੱਧ ਕਰ ਸਕਦੇ ਨੇ, ਹੋਰ ਲੋਕਾਂ ਨੂੰ ਵੀ ਜਾਗਰੂਕ ਕਰ ਸਕਦੇ ਨੇ। ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕਰਦੇ ਹੋ, ਇਸ ਤਰ੍ਹਾਂ ਤੁਸੀਂ ਲੋਕਾਂ ਨਾਲ ਵੀ ਵੱਧ ਤੋਂ ਵੱਧ ਦੇ ਵਿਚਾਰ ਸਾਂਝੇ ਕਰਿਆ ਕਰੋ ਤਾਂ ਜੋ ਲੋਕ ਵੀ ਜਾਗਰੂਕ ਹੋਣ। ਜੀ ਕੀ ਦੱਸਾਂ? ਨਹੀਂ, ਬਿਲਕੁਲ ਸਹੀ ਗੱਲ ਆਂਦੇ। ਜਿਹੜਾ ਨਾ ਕੁਲਦੀਪ ਜੀ ਕਹਿ ਰਹੇ ਨੇ ਗੱਲ ਵੀ ਸੰਵਿਧਾਨ, ਅਸਲ 'ਚ ਵੀਰ ਜੀ ਸੰਵਿਧਾਨ ਨਹੀਂ ਮਾੜਾ ਹੈਗਾ, ਸੰਵਿਧਾਨ ਨੂੰ ਲਾਗੂ ਕਰਨ ਵਾਲਿਆਂ ਦੀ ਨੀਤ ਮਾੜੀ ਆ। ਬਿਲਕੁਲ। ਤੇ ਜਿਹੜਾ ਤੁਸੀਂ ਬਹੁਤ ਸਾਰੇ ਇਹੋ ਜਿਹੇ ਸੰਵਿਧਾਨ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਹੈਗੀਆਂ ਜਿਹੜੀਆਂ ਕਿ 10 ਸਾਲਾਂ ਵਿੱਚੋਂ ਸਮਾਪਤ ਹੋ ਜਾਣੇ ਚਾਹੀਦੇ ਸੀਗੇ, ਉਹ ਬਰਾਬਰਤਾ ਆ ਜਾਣੀ ਚਾਹੀਦੀ ਸੀ, ਪਰ ਬਰਾਬਰਤਾ ਲਿਆਉਣ ਵਾਲੇ ਬੰਦਿਆਂ ਦਾ ਨੀਤ ਮਾੜੀ ਸੀਗੀ। ਇਸ ਕਰਕੇ ਸੰਵਿਧਾਨ ਮਾੜਾ ਨਹੀਂ ਹੈਗਾ। ਸੰਵਿਧਾਨ ਤਾਂ ਸਾਡਾ ਇੱਕ ਤਰ੍ਹਾਂ ਦਾ ਬਹੁਤ ਹੀ ਵਧੀਆ ਸਾਡੇ ਇਹ ਹੱਕਾਂ ਦੀ ਰਾਖੀ ਕਰਨ ਵਾਲਾ ਸੰਵਿਧਾਨ ਹੈ। ਬਿਲਕੁਲ। ਅਕੀਦਾ ਸਾਹਿਬ, ਇੱਥੇ ਰੋਕਣਾ ਚਾਹਾਂਗੇ, ਇੱਕ ਕਾਲਰ ਹੋਰ ਜੁੜੇ ਨੇ ਸਾਡੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕਿੱਥੋਂ ਬੋਲ ਰਹੇ ਹੋ? ਇਹ ਫਰੀਦਕੋਟ ਦੇ ਨਾਲ ਹੀ ਪਿੰਡ ਗੋਲੇਵਾਲਾ ਜੀ। ਹਰਪ੍ਰੀਤ ਦਾ ਨਾਮ ਮੇਰਾ ਜੀ। ਇਹ ਆਪਣਾ ਨਾ ਤੁਸੀਂ ਫੋਨ ਦੀ ਆਵਾਜ਼ ਘੱਟ ਕਰੋ ਥੋੜੀ ਜੀ। ਕਾਤੀ ਹੈ ਜੀ, ਠੀਕ ਹੈ ਜੀ ਹੁਣ? ਠੀਕ ਹੈ। ਹਾਂ ਠੀਕ ਹੈ ਜੀ। ਕੁੜੀ ਦੀ ਆਵਾਜ਼ ਆ ਰਹੀ ਸਰ, ਦੂਜੇ ਗੋਲੇਵਾਲਾ ਵਿਲੇਜ ਹੈ ਜੀ, ਫਰੀਦਕੋਟ ਦੇ ਨਾਲ ਹੀ। ਬਿਲਕੁਲ ਬਿਲਕੁਲ ਜੀ। ਹਰਪ੍ਰੀਤ ਦਾ ਨਾਮ ਮੇਰਾ। ਹਾਂਜੀ ਸਰ, ਤੁਸੀਂ ਪਹਿਲਾਂ ਗੱਲ ਨਹੀਂ ਕੀਤੀ ਕਿ ਟਰੱਕ ਤੋਂ ਟਰੰਕ ਬਣਾਇਆ ਤੇ ਸੁਖਬੀਰ ਬਾਦਲ ਨੇ ਕਿਹਾ ਜੀ ਟਰੱਕ ਭਰ ਕੇ ਪੈਸੇ ਆਉਣਗੇ। ਇੱਕ ਤੁਸੀਂ ਵਿੱਚ ਚੀਜ਼ ਹੋਰ ਭੁੱਲ ਗਈ, ਇਹਨਾਂ ਨੇ ਕਮੇਟੀ ਦੇ ਵਿੱਚ ਵੀ, ਸ਼੍ਰੋਮਣੀ ਕਮੇਟੀ 'ਚ ਵੀ ਟਰੱਕ ਤੋਂ ਟਰੰਕ ਬਣਾਇਆ ਸੀਗਾ। ਆਹੋ, ਜ਼ਿਆਦਾ ਕਿਤੇ ਭੁੱਲ ਗਈ। ਠੀਕ ਹੈ ਤੁਹਾਡੀ ਗੱਲ, ਠੀਕ। ਬਿਲਕੁਲ। ਹਾਂਜੀ। ਇੱਕ ਤਾਂ ਮੇਨ ਪਤਾ ਗੱਲ ਕੀ ਹੈ ਜੀ, ਸਾਰਾ ਕਸੂਰ ਆਪਾਂ ਲੀਡਰਾਂ ਦੇ ਵਿੱਚ ਗਿਣਦੇ ਆ ਜੀ। ਮੇਨ ਕਸੂਰ ਆਪਣੇ 'ਚ ਵੀ ਬਹੁਤ ਜ਼ਿਆਦਾ। ਮੰਨ ਲਓ ਆਪਣੇ ਪਿੰਡ ਦੇ ਵਿੱਚ ਕੋਈ ਗਲੀ ਬਣਦੀ ਆ ਤੇ ਵਿੱਚੋਂ 4 ਘਰ ਰੋਕਣ ਵਾਲੇ ਹੋ ਜਾਂਦੇ ਕਿ ਸਾਡੇ ਬਾਰ ਮੂਹਰੋਂ ਉੱਚੀ ਆ, ਬਾਰ ਮੂਹਰੋਂ ਨੀਵੀਂ ਆ। ਬਿਲਕੁਲ। ਤੇ ਨਾਲ ਦੀ ਗਲੀ ਵਾਲੇ ਇਸ ਗੱਲ ਤੋਂ ਔਖੇ ਹੋ ਜਾਂਦੇ ਕਿ ਇਹਨਾਂ ਦੀ ਬਣਾਤੀ ਸਾਡੀ ਬਣੀ। ਤੇ ਕਸੂਰ ਆਪਣੇ 'ਚ ਵੀ ਬਹੁਤ ਜ਼ਿਆਦਾ, ਜਿੰਨਾ ਆਪਾਂ ਸਰਕਾਰਾਂ ਨੂੰ ਕੋਸਦੇ ਆਪਣੇ 'ਚ ਵੀ ਬਹੁਤ ਜ਼ਿਆਦਾ। ਬਿਲਕੁਲ। ਤੇ ਹੋਰ ਜਦੋਂ ਆਪਣੇ ਲੋਕ ਜਿਹਨੂੰ ਮਰਜ਼ੀ ਵੋਟਾਂ ਪਾਉਣ, ਜਦੋਂ ਉਹਨਾਂ ਲੀਡਰਾਂ ਨੂੰ ਪਤਾ ਜੀ ਕਿੰਨਾ ਮਰਜ਼ੀ ਕੰਮ ਕਰੋ ਨਾ ਕਰੋ, ਅਖੀਰ ਤੇ ਪੈਸੇ ਚੱਲਣੇ ਆ। ਉਹਨਾਂ ਦੀ ਵੀ ਸੋਚ ਆ ਬਣੀ ਵੀ ਇਹ ਕੰਮ ਕਰੋ ਨਾ ਕਰੋ, ਪੈਸਾ ਬਣਾਓ, ਅਖੀਰ ਤੇ ਲਾਓ ਵੋਟਾਂ 'ਚ ਪੈਸਾ, ਜਿੱਤੋ ਫੇਰ ਰਿਪੀਟ ਕਰੀ ਜਾਓ, ਬਸ ਆਹ ਜੀ। ਆਹੀ ਗੱਲ ਕਹਿਣੀ ਸੀ ਜੀ। ਬਿਲਕੁਲ ਜੀ। ਨਹੀਂ, ਠੀਕ ਹੈ ਤੁਹਾਡੀ ਗੱਲ। ਅਸਲ ਵਿੱਚ ਇਹ ਵੀ ਇੱਕ ਇੱਥੇ ਕਸੂਰ ਨਹੀਂ ਆਪਣਾ ਹੈ, ਕਸੂਰ ਹੋਰ ਵੀ ਹੈਗਾ ਵੀਰ ਜੀ। ਆਪਣਾ ਕਸੂਰ ਆਪਣਾ ਇਹ ਵੀ ਆ ਕਿ ਅਸੀਂ ਵੋਟਾਂ ਦਾ ਅਸੀਂ ਪਾ ਕੇ ਇਹਨਾਂ ਨੂੰ ਬਣਾਉਂਦੇ ਆ ਨਾ, ਮੰਤਰੀ ਜੇ MLA ਅਸੀਂ ਬਣਾਉਂਦੇ ਆ, ਅਸੀਂ ਸਹੀ ਉਮੀਦਵਾਰ ਨਹੀਂ ਚੁਣਦੇ ਜਾਂ ਸਹੀ ਉਮੀਦਵਾਰ ਖੜਦੇ ਨਹੀਂ। ਇੱਥੇ ਤੁਹਾਡੇ ਕੋਲੇ ਤੁਹਾਡੇ ਦੇ ਰਾਜ ਕਰਨ ਵਾਲੇ ਬੰਦੇ, ਡਾਕਟਰਾਂ ਤੇ ਮਾਸਟਰਾਂ ਤੇ MA BA PhD ਬੰਦਿਆਂ ਦੇ ਰਾਜ ਕਰਨ ਵਾਲੇ ਬੰਦੇ 5ਵੀਂ ਫੇਲ ਹੁੰਦੇ ਆ। ਰਾਜ ਕਰਨ ਵਾਲੇ ਬੰਦੇ ਉਹ ਤੁਹਾਡੇ ਤੇ ਰਾਜ ਕਰ, ਤੁਸੀਂ ਵੋਟਾਂ ਪਾ ਕੇ ਜਿਤਾਉਂਦੇ ਉਹਨਾਂ ਨੂੰ, ਤੁਸੀਂ ਵੋਟਾਂ ਤੁਸੀਂ ਪਾਉਂਦੇ ਨਾ। ਜੇਕਰ ਸਮਝਦਾਰ ਬੰਦਾ, ਅੱਛਾ ਸਮਝਦਾਰ ਬੰਦੇ ਕਹਿਣ ਲੱਗੇ ਜੀ ਸਿਆਸਤ 'ਚ ਕੀ ਆਉਣਾ ਜੀ, ਛੱਡੋ ਪਰਾਂ ਜੀ, ਐਵੇਂ ਤਾਂ ਗੰਦੀ, ਇਹਦਾ ਮਤਲਬ ਉਹ ਤੁਹਾਡਾ ਲਾਭ ਉਠਾ ਰਹੇ ਨੇ। ਜਿਹੜੇ ਬੰਦੇ ਧਰਮਿੰਦਰ ਗੰਦੇ ਨੇ, ਜੇ ਤੁਸੀਂ ਗੰਦੇ ਬੰਦੇ ਨੂੰ, ਡਾਕੂ ਬੰਦੇ ਨੂੰ, ਗੁੰਡੇ ਬੰਦੇ ਨੂੰ ਤੁਸੀਂ ਵੋਟਾਂ ਪਾ ਕੇ ਵਿਧਾਨ ਸਭਾ 'ਚ, ਲੋਕ ਸਭਾ ਭੇਜੋਗੇ, ਹੁਣ ਤੁਸੀਂ ਦੇਖੋ, ਮਤਲਬ ਕਿ ਮੇਰੇ ਖਿਆਲ 'ਚ 1000 ਤੋਂ ਵੱਧ MP ਹੈਗੇ ਆ ਜੀ, ਜਿਹੜੇ ਸਾਬਕਾ ਤੇ ਮੌਜੂਦਾ MP ਆ, ਉਹਨਾਂ ਦੇ ਉੱਪਰ ਕੇਸ ਚੱਲ ਰਿਹਾ ਅਦਾਲਤ ਦੇ ਵਿੱਚ, ਕੋਈ ਫੈਸਲਾ ਨਹੀਂ ਹੋ ਰਿਹਾ। ਮਤਲਬ ਕਿ ਜੇ ਤੁਸੀਂ ਗੁੰਡਿਆਂ ਨੂੰ ਉੱਥੇ ਪੇਸ਼ ਕਰੋਗੇ, ਫਿਰ ਲੋਕ ਪੱਖ ਦੇ ਫੈਸਲੇ ਕਿਵੇਂ ਕਰਨਗੇ ਉਹ ਤਾਂ ਜੇ ਤੁਸੀਂ ਸੁਰਿੰਦਰ ਨੂੰ MLA ਬਣਾ ਕੇ ਵਿਧਾਨ ਸਭਾ 'ਚ ਭੇਜਦੇ ਹੋ UP ਵਿੱਚ,
ਤੇ ਉਹ ਬੰਦਾ ਇਹ ਗੱਲ ਕਹਿੰਦਾ ਹੈ ਕਿ ਕੁੜੀਆਂ ਬਚ ਕੇ ਰਹਿਣ, ਮੁੰਡਿਆਂ ਦਾ ਕਸੂਰ ਨਹੀਂ ਹੁੰਦਾ, ਜੇ ਰੇਪ ਹੁੰਦਾ ਤਾਂ ਜ਼ਿੰਮੇਵਾਰ ਕੁੜੀਆਂ ਨੇ। ਜੇ ਤੁਸੀਂ ਉਹਨੂੰ ਵੋਟਾਂ ਪਾ ਕੇ ਭੇਜ ਰਹੇ ਹੋ, ਗਲਤੀ ਸਾਡੀ ਆ। ਬਿਲਕੁਲ। ਜੇਕਰ ਤੁਸੀਂ ਸ਼੍ਰੋਮਣੀ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟਾਂ ਪਾ ਕੇ ਬਾਦਲ ਦਲ ਨੂੰ ਕਾਬਜ਼ ਕਰ ਰਹੇ ਹੋ, ਬਾਅਦ ਚ ਕਹਿੰਦੇ ਹੋ ਕਿ ਬਾਦਲ ਦਲ ਤਾਂ ਖਰਾਬ ਹੈ ਜੀ, ਗਲਤੀ ਕਿਹਦੀ ਹੈ? ਤੁਹਾਡੀ ਹੈ। ਫਿਰ ਤੁਸੀਂ ਵੋਟਾਂ ਕਿਉਂ ਪਾਈਆਂ ਉੱਥੇ? ਬਿਲਕੁਲ। ਸੋ ਕਹਿਣ ਦਾ ਭਾਵ ਵੋਟਾਂ ਪਾਉਣ ਵਾਲੇ ਬੰਦੇ ਵੀ ਉਹਨੇ ਵੱਧ ਜ਼ਿੰਮੇਵਾਰ ਨੇ, ਸਗੋਂ ਬਿਲਕੁਲ ਇਹਨੂੰ ਪਟਾਉਂਦੇ ਨੇ ਜੀ। ਬਿਲਕੁਲ ਗਿੱਦੜ ਸਾਹਿਬ, ਸਮਾਂ ਇਜਾਜ਼ਤ ਨਹੀਂ ਦਿੰਦਾ, ਮੁੱਦੇ ਕਈ ਅਹਿਮ ਹੋਰ ਵੀ ਸਨ ਜਿਨ੍ਹਾਂ ਤੇ ਵਿਚਾਰ ਕੀਤਾ ਜਾ ਸਕਦਾ ਸੀ। ਨਾਲ ਹੀ ਅਸੀਂ ਇੱਕ ਦੱਸ ਦਈਏ ਆਪਣੇ ਦਰਸ਼ਕਾਂ ਨੂੰ ਕਿ ਮੰਦਭਾਗੀ ਖਬਰ ਜੋ ਪੰਜਾਬੀ ਸੰਗੀਤ ਜਗਤ ਦੇ ਵਿੱਚ ਆਈ ਹੈ ਉਹ ਇਹ ਹੈ ਕਿ ਪੰਜਾਬੀ ਗਾਇਕ ਕੇ ਦੀਪ ਇਸ ਦੁਨੀਆ ਵਿੱਚ ਨਹੀਂ ਰਹੇ। 80 ਵਰ੍ਹਿਆਂ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ। ਉਹਨਾਂ ਦੇ ਬਹੁਤ ਚਰਚਿਤ ਗੀਤ ਸਨ ਮੇਰਾ ਬੜਾ ਕਰਾਰਾ ਪੂਤਨਾ, ਨਾਲ ਹੀ ਬਾਬਾ ਵੇ ਕਲਾ ਮਰੋੜ, ਜੋ ਹੁਣ ਵੀ ਕਈ ਵਿਆਹਾਂ ਸ਼ਾਦੀਆਂ ਤੋਂ ਤੇ ਚੱਲਦਾ ਨਜ਼ਰ ਆਉਂਦਾ ਹੈ। ਅਜਿਹੇ ਜਿਹੜੇ ਕਲਾਕਾਰ ਹੁੰਦੇ ਨੇ, ਪੁਰਾਣੇ ਕਲਾਕਾਰ ਸਾਡਾ ਸਰਮਾਇਆ ਹੁੰਦੇ ਨੇ, ਉਹਨਾਂ ਦੀ ਬੇਵਕਤੀ ਮੌਤ ਦੇ ਉੱਤੇ ਅਸੀਂ ਆਪਣੇ ਚੈਨਲ ਵੱਲੋਂ ਉਹਨਾਂ ਨੂੰ ਸ਼ਰਧਾ ਸੁਮਨ ਅਰਪਿਤ ਕਰਦੇ ਹਾਂ। ਤੇ ਜਿਹੜੇ ਸਾਡੇ ਕਾਲਰਸ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ, ਸਾਡੇ ਨਾਲ ਆਪਣੀਆਂ ਰਾਏ ਰੱਖੀ ਹੈ, ਕਈ ਗੱਲਾਂ ਬਾਤਾਂ ਦੇ ਵਿੱਚ ਉਹਨਾਂ ਨੇ ਜਾਗਰੂਕ ਹੋਣ ਦੇ ਜਿਹੜੇ ਆਪਣਾ ਪੂਰਾ ਪ੍ਰੂਫ ਦਿੱਤਾ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਨਾਲ ਹੀ ਅਕੀਦਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ। ਸ਼ੁਕਰੀਆ, ਧੰਨਵਾਦ ਤਵਿੰਦਰ ਜੀ। ਸੋ ਦਰਸ਼ਕੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਜਿਹੇ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ।